ਅੱਜ ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਅਸੀਂ ਬਲਾਕ 1 ਦਾ ਫਸਟ ਯੂਨਿਟ ਕਰਾਂਗੇ, ਜਿਹਦੇ ਵਿੱਚ ਅਸੀਂ ਪੜਾਂਗੇ ਅਰਥਸ਼ਾਸਤਰ ਤੇ ਅਰਥਵਿਵਸਥਾ ਬਾਰੇ। ਅੱਜ ਦਾ ਸਾਡਾ ਵਿਸ਼ਾ ਹੈ ਅਰਥਸ਼ਾਸਤਰ ਅਤੇ ਅਰਥਵਿਵਸਥਾ। ਅੱਜ ਅਸੀਂ ਪੜਾਂਗੇ ਕਿ ਸਾਡੀ ਜਿਹੜੀ ਇਕੋਨਮੀ ਹੈ, ਅਰਥਵਿਵਸਥਾ ਹੈ, ਉਹ ਕਿਹੋ ਜਿਹੀ ਹੈ ਤੇ ਅਰਥਸ਼ਾਸਤਰ ਦਾ ਕੀ ਅਰਥ ਹੈ। ਅਰਥਸ਼ਾਸਤਰ ਸ਼ਬਦ ਆ ਜਿਹੜਾ ਉਹ ਕਿੱਥੋਂ ਬਣਿਆ ਹੈ। ਸਧਾਰਨ ਸ਼ਬਦਾਂ ਦੇ ਵਿੱਚ ਜਿਹੜਾ ਅਰਥ ਸ਼ਾਸਤਰ ਹੈ, ਆਪਾਂ ਆਪਣੀ ਇਕੋਨਮੀ ਦੇ ਬਾਰੇ ਵਰਤਦੇ ਹਾਂ, ਆਪਣੀ ਜਿਹੜੀ ਪੋਲੀਟੀਸ਼ੀਅਨਸ ਹੈ ਉਹਦੇ ਵਿੱਚ ਵਰਤਦੇ ਹਾਂ। ਤੇ ਇਕਨੋਮਿਕਸ ਮੀਨਸ ਅਰਥ ਸ਼ਾਸਤਰ, ਅਸੀਂ ਆਪਣੀ ਜਿਹੜੀ ਡੇਲੀ ਦੀ ਲਾਈਫ ਹੈ ਇਹਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਰੋਲ ਹੈ। ਤੇ ਅੱਜ ਅਸੀਂ ਦੇਖਦੇ ਹਾਂ ਕਿ ਅਰਥ ਸ਼ਾਸਤਰ ਤੇ ਅਰਥ ਵਿਵਸਥਾ ਹੈ ਕੀ। ਦੈਨ ਅਸੀਂ ਅੱਜ ਪੜਾਂਗੇ ਇੰਟਰੋਡਕਸ਼ਨ ਟੂ ਇਕਨੋਮਿਕਸ ਐਂਡ ਇਕੋਨਮੀ। ਸਭ ਤੋਂ ਪਹਿਲਾਂ ਇਕਨੋਮਿਕਸ ਹੈ ਕੀ। ਇਸ ਵਿੱਚ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜਿਨ੍ਹਾਂ ਦਾ ਸੰਬੰਧ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਸੀਮਿਤ ਸਾਧਨਾਂ ਜਾਂ ਧਨ ਦੇ ਠੀਕ ਉਪਯੋਗ ਨਾਲ ਹੈ। ਅਰਥਸ਼ਾਸਤਰ ਹੈ ਕਿ ਜੋ ਵੀ ਮਨੁੱਖ ਆਰਥਿਕ ਕਿਰਿਆਵਾਂ ਕਰਦਾ ਹੈ, ਆਰਥਿਕ ਕਿਰਿਆਵਾਂ ਮਤਲਬ ਇਕਨੋਮਿਕ ਐਕਟੀਵਿਟੀਜ਼। ਇਕਨੋਮਿਕ ਐਕਟੀਵਿਟੀਜ਼ ਜਿਸ ਦੇ ਵਿੱਚ ਉਹ ਕੀ ਕਰਦਾ ਹੈ, ਵੱਖ-ਵੱਖ ਕਾਰਜ ਕਰਕੇ, ਵੱਖ-ਵੱਖ ਫੰਕਸ਼ਨਸ ਕਰਕੇ, ਜਿਹਦੇ ਵਿੱਚ ਉਹ ਕੀ ਕਰਦਾ ਹੈ, ਧਨ ਨੂੰ ਇਕੱਠਾ ਕਰਦਾ ਹੈ। ਜਿਵੇਂ ਕਿ ਹੋ ਗਿਆ, ਜਿਵੇਂ ਕਿ ਲੇਬਰ ਹੋ ਗਈ। ਲੇਬਰ ਜੋ ਹੈ ਆਪਣੀ ਕਿਰਤ ਹੈ, ਉਹ ਆਪਣੀ ਕਿਰਤ ਦੇ ਬਦਲੇ ਕੀ ਪ੍ਰਾਪਤ ਕਰਦਾ ਹੈ, ਪੂੰਜੀ ਧਨ ਪ੍ਰਾਪਤ ਕਰਦਾ ਹੈ, ਵੈਲਥ ਪ੍ਰਾਪਤ ਕਰਦਾ ਹੈ। then this is a economic activity। ਇਸ ਦਾ ਸੰਬੰਧ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਦੇ ਅਧਿਐਨ ਨਾਲ ਹੈ। ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜਿਨ੍ਹਾਂ ਦਾ ਸੰਬੰਧ ਮਨੁੱਖ ਦੀਆਂ ਲੋੜਾਂ ਨੂੰ ਪੂਰੀਤ ਕਰਨ ਵਾਲੇ ਸੀਮਿਤ ਸਾਧਨਾਂ ਜਾਂ ਧਨ ਦੇ ਠੀਕ ਉਪਯੋਗ ਨਾਲ। ਮਨੁੱਖ ਜੋ ਵੀ ਇਕਨੋਮਿਕ ਐਕਟੀਵਿਟੀਜ਼ ਕਰਦਾ ਹੈ, ਆਰਥਿਕ ਕਿਰਿਆਵਾਂ ਕਰਦਾ ਹੈ, ਉਹ ਕਿਉਂ ਕਰਦਾ ਹੈ? ਕਿਉਂਕਿ ਉਹਨੇ ਆਪਣੀਆਂ ਜਿਹੜੀਆਂ ਅਸੀਮਿਤ ਲੋੜਾਂ ਹੁੰਦੀਆਂ ਨੇ, ਅਸੀਮਿਤ ਲੋੜਾਂ ਮਤਲਬ ਬਹੁਤ ਸਾਰੀਆਂ ਲੋੜਾਂ, ਕਿਉਂਕਿ ਜਿਹੜੀਆਂ ਲੋੜਾਂ ਨੇ ਮਨੁੱਖ ਦੀਆਂ ਉਹ ਅਸੀਮਿਤ ਹੁੰਦੀਆਂ ਨੇ। ਇੱਕ ਲੋੜ ਤੋਂ ਬਾਅਦ ਜਿਹੜੀ ਤੁਰੰਤ ਦੂਸਰੀ ਲੋੜ ਆ ਉਹ ਕੀ ਹੋ ਜਾਂਦੀ ਆ, ਪੈਦਾ ਹੋ ਜਾਂਦੀ ਆ। ਤਾਂ ਇਹ ਲੋੜਾਂ ਨੇ ਜਿਹੜੀਆਂ ਅਸੀਮਿਤ, ਇਹ ਅਸੀਂ ਕਿਸ ਤਰ੍ਹਾਂ ਪੂਰੀਆਂ ਕਰ ਸਕਦੇ ਹਾਂ? ਜੇਕਰ ਸਾਡੇ ਕੋਲ ਧਨ ਹੋਏਗਾ, ਪੂੰਜੀ ਹੋਏਗੀ, ਤਦ ਅਸੀਂ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ। ਇਹ ਪੂੰਜੀ ਸਾਨੂੰ, ਧਨ ਸਾਨੂੰ ਕਿੱਦਾਂ ਮਿਲਦਾ ਹੈ? ਆਰਥਿਕ ਕਿਰਿਆਵਾਂ ਦੇ ਬਦਲੇ ਮਿਲਦਾ ਹੈ। ਤਾਂ ਮਨੁੱਖ ਜੋ ਵੀ ਆਰਥਿਕ ਕਿਰਿਆਵਾਂ ਕਰਦਾ ਹੈ, ਅਰਥਸ਼ਾਸਤਰ ਦਾ ਉਸ ਵਿੱਚ ਅਧਿਐਨ ਕੀਤਾ ਜਾਂਦਾ ਹੈ। ਅੱਗੇ ਹੈ ਅਰਥਸ਼ਾਸਤਰ ਮਨੁੱਖ ਦੇ, ਦੀ ਡੈਫੀਨੇਸ਼ਨ ਤੁਸੀਂ ਕੀ ਦੱਸ ਸਕਦੇ ਹੋ? ਅਰਥਸ਼ਾਸਤਰ ਮਨੁੱਖ ਦੇ ਉਹਨਾਂ ਕੰਮਾਂ ਦਾ ਅਧਿਐਨ ਹੈ ਜਿਸ ਦਾ ਸੰਬੰਧ ਮਨੁੱਖ ਦੀਆਂ ਅਸੀਮਿਤ ਲੋੜਾਂ ਦੀ ਵਧੇਰੇ ਸੰਤੁਸ਼ਟੀ ਲਈ ਸੀਮਿਤ ਸਾਧਨਾਂ ਦੀ ਵਰਤੋਂ ਕਰਨਾ ਹੈ। ਅਸੀਮਿਤ ਲੋੜਾਂ ਬਹੁਤ ਸਾਰੀਆਂ ਨੇ, ਲੇਕਿਨ ਸਾਧਨ ਨੇ ਜਿਹੜੇ ਉਹ ਕੀ ਨੇ, ਸੀਮਿਤ ਨੇ। ਮਤਲਬ ਤੁਸੀਂ ਚਾਹੇ ਧਨ ਹੀ ਲੈ ਸਕਦੇ ਹੋ, ਜੋ ਧਨ ਹੈ ਸਾਡੇ ਕੋਲ ਸੀਮਿਤ ਹੈ। ਅਸੀਂ ਧਨ ਨੂੰ ਕਿਸ ਤਰ੍ਹਾਂ ਵਰਤੀਏ, ਜਿਹੜੀਆਂ ਅਸੀਮਿਤ ਲੋੜਾਂ ਨੇ ਉਹਨਾਂ ਦੇ ਵਿੱਚੋਂ ਕਿੰਨਾ ਲੋੜਾਂ ਨੂੰ ਜ਼ਿਆਦਾ ਪੂਰਾ ਕਰੀਏ ਤਾਂ ਜੋ ਸਾਨੂੰ ਵੱਧ ਤੋਂ ਵੱਧ ਜਿਹੜੀ ਸੰਤੁਸ਼ਟੀ ਆ, ਸੈਟਿਸਫੈਕਸ਼ਨ ਆ, ਉਹ ਮਿਲੇ। ਸੰਤੁਸ਼ਟੀ ਦਾ ਮਤਲਬ ਹੁੰਦਾ ਕਿ ਜਿਵੇਂ ਕਿ ਸਾਨੂੰ ਪਿਆਸ ਲੱਗੀ ਹੈ, ਅਸੀਂ ਇੱਕ ਜਿਹੜਾ ਗਲਾਸ ਹੈ ਪਾਣੀ ਪੀ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਦੇ, ਆਪਣੀ ਪਿਆਸ ਵਧਾਉਂਦੇ ਆ, ਦੈਟ ਇਜ਼ ਅ ਸੈਟਿਸਫੈਕਸ਼ਨ ਐਂਡ ਸੰਤੁਸ਼ਟੀ। ਇਸੇ ਤਰ੍ਹਾਂ ਜਿਹੜੀਆਂ ਵੀ ਅਸੀਮਿਤ ਲੋੜਾਂ ਨੇ, ਅਸੀਂ ਉਹਨਾਂ ਨੂੰ ਪੂਰਾ ਕਰਕੇ ਵੀ ਉਹਨਾਂ ਤੋਂ ਕੀ ਪ੍ਰਾਪਤ ਕਰਦੇ ਹਾਂ? ਸੈਟਿਸਫੈਕਸ਼ਨ ਮੀਨਸ ਸੰਤੁਸ਼ਟੀ ਹੈ ਜਿਹੜੀ ਉਹਨੂੰ ਪ੍ਰਾਪਤ ਕਰਦੇ ਹਾਂ। ਉਸ ਤੋਂ ਬਾਅਦ ਹੈ ਅਰਥਵਿਵਸਥਾ। ਅਰਥਵਿਵਸਥਾ ਕੀ ਹੈ? ਅਰਥਵਿਵਸਥਾ ਅੰਤਰ ਸੰਬੰਧਿਤ ਉਤਪਾਦਨ ਅਤੇ ਖਪਤ ਦੀਆਂ ਗਤੀਵਿਧੀਆਂ ਦੀ ਇੱਕ ਪ੍ਰਣਾਲੀ ਹੈ ਜੋ ਅੰਤ ਵਿੱਚ ਇੱਕ ਸਮੂਹ ਦੇ ਅੰਦਰ ਸਰੋਤਾਂ ਦੀ ਵੰਡ ਨੂੰ ਨਿਰਧਾਰਿਤ ਕਰਦੀ ਹੈ। ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਅਤੇ ਖਪਤ ਸਮੁੱਚੇ ਤੌਰ ਤੇ ਇਸ ਦੇ ਅੰਦਰ ਰਹਿਣ ਵਾਲੇ ਅਤੇ ਕੰਮ ਕਰਨ ਵਾਲਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਅਰਥਵਿਵਸਥਾ ਇੱਕ ਇਕੋਨਮੀ ਹੈ ਕਿ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੰਟਰ ਐਕਟੀਵਿਟੀਜ਼ ਨੇ ਉਹ ਕੀਤੀਆਂ ਜਾਂਦੀਆਂ ਨੇ। ਜਿਵੇਂ ਕਿ ਇਹਨਾਂ ਦੇ ਵਿੱਚ ਪ੍ਰੋਡਕਸ਼ਨ ਕੀਤੀ ਜਾਂਦੀ ਹੈ, ਪ੍ਰੋਡਕਸ਼ਨ ਤੋਂ ਫਿਰ ਕੀ ਹੁੰਦੀ ਹੈ, ਇਨਕਮ ਜਨਰੇਟ ਹੁੰਦੀ ਹੈ, ਤੇ ਇਨਕਮ ਨੂੰ ਫਿਰ ਆਪਾਂ ਕੀ ਕਰਦੇ ਹਾਂ, ਡਿਸਟ੍ਰੀਬਿਊਟ ਕਰਦੇ ਆ, ਵੰਡਦੇ ਆ। ਕਿਸ ਦੇ ਵਿੱਚ ਵੰਡਦੇ ਆ? ਜਿਹੜੇ 4 ਫੈਕਟਰ ਆਫ ਪ੍ਰੋਡਕਸ਼ਨ ਹੁੰਦੇ ਨੇ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ। ਇਹਨਾਂ ਦੇ ਵਿੱਚ ਵੰਡਦੇ ਆ। ਲੈਂਡ ਦੇ ਬਦਲੇ ਆਪਾਂ ਉਹਨਾਂ ਨੂੰ ਰੈਂਟ ਦਿੰਦੇ ਆ, ਤੇ ਆਪਣਾ ਐਂਟਰਪ੍ਰੀਨਿਓਰ ਨੂੰ ਪ੍ਰੋਫਿਟ ਮਿਲਦਾ ਹੈ, ਤੇ ਕੈਪੀਟਲ ਦੇ ਬਦਲੇ ਆਪਾਂ ਇੰਟਰਸਟ ਦਿੰਦੇ ਆ। ਤੇ ਇਸ ਤਰ੍ਹਾਂ ਜੋ ਵੀ ਉਹਨਾਂ ਨੂੰ ਫੈਕਟਰ ਆਫ ਪ੍ਰੋਡਕਸ਼ਨ ਨੂੰ ਉਹਨਾਂ ਦੀ ਕੋਸਟ ਪੇਮੈਂਟਸ ਮਿਲਦੀਆਂ ਨੇ, ਉਹ ਉਹਨਾਂ ਨੂੰ ਕਿਸ ਚੀਜ਼ ਲਈ ਵਰਤਦੇ ਆ? ਆਪਣੀਆਂ ਜ਼ਰੂਰਤਾਂ ਨੂੰ
पूरा करने के लिए वरतते हैं। तो इस तरह के इकोनॉमी के विच होर बहुत सारिया वस्तुओं के उत्पादन और सेवावां का उत्पादन होंदा है। वस्तुओं के विच तुसीं प्रोडक्शन लै सकते हो, लार्ज स्केल ते स्मॉल स्केल ते हुंदी है, इंडस्ट्रीज दे विच हुंदी है, जिन्हां ते अपनी इकोनॉमी डिपेंड करती है, जिन्हां ते जीडीपी ते पर कैपिटा इनकम डिपेंड करती है, क्योंकि पर कैपिटा इनकम जीडीपी का पार्ट है। अगर पर कैपिटा इनकम इंक्रीज होएगी, पर पर्सन इनकम इंक्रीज होएगी, तद अपनी जी जीडीपी है वो भी इंक्रीज होएगी, टोटल प्रोडक्शन ऑफ गुड्स एंड सर्विसेज इंक्रीज होंगियां, जिन्हां दे नाल साडी जिहड़ी इकोनॉमी आ अर्थव्यवस्था है वो की होएगी, डिवेलप होएगी। अगर जी आपां गल करिए अंडर डिवेलप इकोनॉमी दी, ओहदे विच की हुंदा, पर कैपिटा इनकम घट हुंदी है, जिस दे कारण अपनी जिहड़ी जीडीपी आ नैशनल इनकम है ओहदे इफैक्ट पैंदा, वो भी घट हुंदी है, ते अपनी इकोनॉमी की जांदी है बैकवर्ड जांदी है, जिहदे विच की हुंदा अंडर डिवेलप इकोनॉमी दियां की जिहड़ियां हैगियां अपनियां फीचर्स ने, जिहदे विच ज़्यादा पॉवर्टी होंदी है, इनफैंट मोर्टैलिटी रेट ज़्यादा होंदा है, जीडीपी घट होंदा है, ग्रॉस डोमैस्टिक प्रोडक्शन मीनस घट हो रही होंदी है, उहदे विच पर कैपिटा इनकम भी घट होंदी है, एजुकेशन सिस्टम है जिहड़ा वो बैकवर्ड होंदा है, प्रॉपर पढ़े लिखे नहीं होंदे, लिटरेसी रेट घट होंदा है, ते इहदे विच जिहड़ियां अपनियां इकोनॉमिक कंडीशन होंदी है अंडर डिवेलप इकोनॉमी दे विच, वो की होंदी है, थोड़ी जी लोएस्ट। अगर आप इकोनॉमी की गल करिए कि डिवेलप इकोनॉमी किहड़ी होंदी है, उहदे विच उत्पादन ज़्यादा होएगा, हैल्थ फैसिलिटीज़ ज़्यादा होंगियां, एजुकेशन ज़्यादा होएगी, इनफैंट मोर्टैलिटी रेट घट होएगी, लिटरेसी रेट घट होएगी, ते अपनी पॉवर्टी भी घट होएगी। तां ये अपनी अर्थव्यवस्था होंदी है जिहड़ी डिवेलप, ते अर्थव्यवस्था ते अपने देश की अपनी कंट्री की जिहड़ी इकोनॉमिक कंडीशन है वो डिपेंड करती होंदी है। ते अर्थव्यवस्था दे विच की आ उत्पादन ते वंड संबंधी जिहड़ियां क्रियावां ने उन्हां दा अध्ययन किया जाता है। ते इस तो बाद असीं देखदे हां इकोनॉमी दे विच टू फंक्शनस मेन हुंदे ने, एक तां हुंदा प्रोड्यूसर्स जो प्रोडक्शन करदे ने वो वाला फंक्शन, एंड दूसरा हुंदा कंज्यूमर्स जिन्हां नूं आपां बोलदे हां खपतकार। प्रोड्यूसर्स नूं उत्पादक बोलदे आ ते कंज्यूमर्स नूं खपतकार बोलदे आ। इन्हां दे जिहड़े दो सैक्शनस ने ये एक दूसरे नाल की हुंदे ने, इंटरलिंक हुंदे ने इकोनॉमी दे विच। इंटरलिंक दा मतलब जिहड़ा प्रोड्यूसर्स सैक्शन है वो की करदा, प्रोड्यूसर्स ने वो प्रोडक्शन करते हैं, बहुत सारिया जिहड़ियां वस्तुआं ने ते सेवावां ने उन्हां नूं प्रोड्यूस करते हैं, जिन्हां दे विच गुड्स आउंदियां ने, ठीक है, ट्रांसपोर्ट फैसिलिटीज आउंदियां ने, एजुकेशन सिस्टम भी आ जांदा जे सर्विसेज की गल करिए आपां, ते दूसरी साइड जिहड़ा कंज्यूमर है वो की करदा, ये सारियां जिहड़ियां प्रोडक्शन सर्विसेज ने उन्हां नूं की करदा है, लैंदा है, उन्हां दे थ्रू अपनियां जिहड़ियां जरूरतां ने उन्हां नूं पूरीਆਂ करदा है, सैटिस्फैक्शन गेन करदा है। ਤਾਂ ਜਿਹੜੇ ਦੋਵੇਂ ਸੈਕਟਰਸ ਨੇ ਪ੍ਰੋਡਕਸ਼ਨ ਸੈਕਟਰ ਐਂਡ ਕੰਜ਼ਿਊਮਰ ਸੈਕਟਰਸ, ਇਹ ਦੋਨੇ ਇੱਕ ਦੂਸਰੇ ਤੇ ਕੀ ਆ ਡਿਪੈਂਡ ਕਰਦੇ ਨੇ, ਕਿਉਂਕਿ ਪ੍ਰੋਡਕਸ਼ਨ ਜਿਹੜਾ ਆਪਣਾ ਸੈਕਸ਼ਨ ਹੈ ਸੈਕਟਰ ਹੈ ਉਹਨੂੰ ਕੀ ਮਿਲਦਾ ਹੈ, ਇਨਕਮ ਜਨਰੇਟ ਹੁੰਦੀ ਹੈ ਜਦੋਂ ਗੁੱਡਸ ਦੀ ਪ੍ਰੋਡਕਸ਼ਨ ਕਰਦਾ, ਤੇ ਕੰਜ਼ਿਊਮਰਸ ਉਹਨਾਂ ਨੂੰ ਕੀ ਕਰਦੇ ਨੇ, ਪ੍ਰੋਡਕਸ਼ਨ ਨੂੰ ਬਾਏ ਕਰਦੇ ਨੇ ਤੇ ਉਸਦੇ ਬਦਲੇ ਕੀ ਆ ਐਕਸਚੇਂਜ ਕਰਦੇ ਨੇ, ਆਪਣੀ ਜੋ ਮਨੀ ਹੈ ਉਹ ਡਿਲੀਵਰ ਕਰਦੇ ਨੇ ਪ੍ਰੋਡਿਊਸਰ ਸੈਕਟਰਸ ਨੂੰ। ਇਸ ਤਰ੍ਹਾਂ ਇਕੋਨਮੀ ਦੇ ਵਿੱਚ ਇਹ ਜਿਹੜਾ ਹੈਗਾ ਇੰਟਰਕਨੈਕਟ ਨੇ ਦੋ ਸੈਕਟਰਸ ਆਪਣੇ ਦੇ, ਜਿਨ੍ਹਾਂ ਤੇ ਆਪਣੀ ਇਕੋਨਮੀ ਹੈ ਜਿਹੜੀ ਉਹ ਪੂਰੀ ਕੀ ਕਰਦੀ ਆ, ਡਿਪੈਂਡ ਕਰਦੀ ਹੈ। ਉਸ ਤੋਂ ਬਾਅਦ ਹੈ ਅਰਥ ਸ਼ਾਸਤਰ ਦਾ ਵਿਕਾਸ, मीनिंग ऑफ इकोनॉमिक्स। इकोनॉमिक्स है की, इकोनॉमिक्स शब्द कित्थों बनया है? अंग्रेजी भाषा का शब्द इकोनॉमिक्स ग्रीक भाषा के दो शब्दां ऑक्स हाउसहोल्ड एंड मीनिया हाउसहोल्ड मैनेजमेंट तो लिया गया है, जिन्हां दा अर्थ है घरेलू प्रबंध। आधुनिक अर्थशास्त्र के जिहड़े पिता ने अपने इकोनॉमिक्स के पिता, फादरहुड ऑफ इकोनॉमिक्स वो कौन ने? एडम स्मिथ ने। ਤਾਂ ਇਹਨਾਂ ਨੇ ਕੀ ਕਿਹਾ ਕਿ ਅਰਥਸ਼ਾਸਤਰ ਦਾ ਮਤਲਬ ਘਰੇਲੂ ਪ੍ਰਬੰਧ ਹੈ, ਘਰੇਲੂ ਪਲੱਸ ਪ੍ਰਬੰਧ। ਇਹਦਾ ਮਤਲਬ ਹੈ ਕਿ ਜੋ ਵੀ ਆਪਣੀਆਂ ਆਰਥਿਕ ਕਿਰਿਆਵਾਂ ਨੇ, ਆਪਣੇ ਘਰ ਨਾਲ ਸੰਬੰਧਿਤ ਕਿਰਿਆਵਾਂ ਨੇ, ਧਨ ਨਾਲ ਸੰਬੰਧਿਤ ਕਿਰਿਆਵਾਂ ਨੇ, ਮਨੁੱਖ ਨਾਲ ਸੰਬੰਧਿਤ ਕਿਰਿਆਵਾਂ ਨੇ, ਜਿਵੇਂ ਕਿ ਕਿਸ ਤਰ੍ਹਾਂ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰੇ, ਇਸ ਦੇ ਵਿੱਚ ਉਹਨਾਂ ਸਾਰੀਆਂ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਆਪਾਂ ਨੇ ਆਪਣੇ ਹਾਊਸ ਨੂੰ ਮੈਨੇਜ ਕਰਨਾ ਹੈ, ਹਾਊਸ ਦੇ ਵਿੱਚ ਜੋ ਵੀ ਨੀਡਸ ਨੇ ਉਹਨਾਂ ਨੂੰ ਫੁਲਫਿਲ ਕਰਨਾ ਵਿਦ ਦ ਹੈਲਪ ਆਫ ਮਨੀ। ਤੇ ਮਨੀ ਜਿਹੜੀ ਆਪਣੀ ਹੈ ਉਹ ਕਿੱਥੋਂ ਆਏਗੀ, ਕਿਸ ਤਰ੍ਹਾਂ ਜਨਰੇਟ ਹੋਏਗੀ, ਇਹ ਸਾਰੀਆਂ ਐਕਟੀਵਿਟੀਜ਼ ਨੇ ਜਿਹੜੀਆਂ ਇਕਨੋਮੀ ਦੇ ਵਿੱਚ ਇਕਨੋਮਿਕ ਐਕਟੀਵਿਟੀਜ਼ ਨੇ, ਉਹਨਾਂ ਦਾ ਅਧਿਐਨ ਅਰਥਸ਼ਾਸਤਰ ਦੇ ਵਿੱਚ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਹੈ ਤੁਹਾਡਾ ਅਰਥਸ਼ਾਸਤਰ ਦੀਆਂ ਪਰਿਭਾਸ਼ਾਵਾਂ। ਬਹੁਤ ਸਾਰੇ ਅਰਥਸ਼ਾਸਤਰੀ ਨੇ ਜਿਨ੍ਹਾਂ ਨੇ ਅਰਥਸ਼ਾਸਤਰ ਨਾਲ ਰਿਲੇਟਡ डिफरेंट ਜਿਹੜੀਆਂ ਡੈਫੀਨੇਸ਼ਨਸ ਨੇ ਉਹ ਦਿੱਤੀਆਂ ਨੇ, ਲੇਕਿਨ ਉਹਨਾਂ ਦੇ ਵਿੱਚੋਂ 3 ਡੈਫੀਨੇਸ਼ਨਸ ਨੇ ਜਿਹੜੀਆਂ ਮੇਨ ਨੇ, ਜਿਨ੍ਹਾਂ ਨੂੰ ਆਪਾਂ ਨੇ ਪੜ੍ਹਨਾ ਹੈ ਅੱਜ ਦੇ ਟੌਪਿਕ ਦੇ ਵਿੱਚ।
ਤਾਂ ਸਭ ਤੋਂ ਪਹਿਲਾਂ ਹੈ ਜਿਹੜੀ ਡੈਫੀਨੇਸ਼ਨ ਵੈਲਥ ਨਾਲ ਰਿਲੇਟਡ ਉਹ ਦਿੱਤੀ ਹੈ ਆਪਣੀ ਐਡਮ ਸਮਿਥ ਦੀ। ਐਡਮ ਸਮਿਥ ਕੀ ਕਹਿੰਦੇ ਨੇ, ਉਹਨਾਂ ਨੇ ਧਨ ਸੰਬੰਧੀ ਪਰਿਭਾਸ਼ਾ ਦਿੱਤੀ ਹੈ। ਅਰਥਸ਼ਾਸਤਰ ਰਾਸ਼ਟਰਾਂ ਦੇ ਧਨ ਦੇ ਸੁਭਾਅ ਅਤੇ ਧਾਰਨਾ ਦੀ ਖੋਜ ਹੈ ਅਕੋਰਡਿੰਗ ਟੂ ਐਡਮ ਸਮਿਥ। ਐਡਮ ਸਮਿਥ ਕਹਿੰਦੇ ਨੇ ਕਿ ਅਰਥਸ਼ਾਸਤਰ ਦਾ ਸੰਬੰਧ ਕਿਸ ਚੀਜ਼ ਨਾਲ ਹੈ, ਇਸ ਦਾ ਸੰਬੰਧ ਰਾਸ਼ਟਰ ਦੇ ਧਨ ਸੰਬੰਧੀ ਕਿਰਿਆਵਾਂ ਦੇ ਨਾਲ ਹੈ ਕਿ ਆਪਣੀ ਇਕੋਨਮੀ ਦੇ ਵਿੱਚ, ਆਪਣੀ ਨੇਸ਼ਨ ਦੇ ਵਿੱਚ ਜੋ ਵੀ ਵੈਲਥ ਹੈ ਉਹ ਕਿੱਥੋਂ ਆਪਾਂ ਕੈਲਕੂਲੇਟ ਕਰਦੇ ਆ, ਇਕੱਠੀ ਕਰਦੇ ਆ, ਪੈਸਾ ਕਿੰਨਾ ਆ ਰਿਹਾ ਹੈ। ਇਕਨੋਮਿਕਸ ਦਾ ਜੋ ਹੈ ਰਿਲੇਸ਼ਨਸ ਉਹ ਸਿਰਫ ਕਿਸ ਚੀਜ਼ ਦੇ ਨਾਲ ਹੈ, ਇਕਨੋਮਿਕ ਐਕਟੀਵਿਟੀਜ਼ ਦੇ ਨਾਲ ਹੈ, ਮਤਲਬ ਧਨ ਸੰਬੰਧੀ ਕਿਰਿਆਵਾਂ ਦੇ ਨਾਲ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਕਿੰਨਾ ਧਨ ਹੈ, ਉਹਦਾ ਜਿਹੜਾ ਵਟਾਂਦਰਾ ਹੈ ਉਹ ਕਿੱਦਾਂ ਹੋ ਰਿਹਾ ਹੈ। ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇਕਨੋਮਿਕਸ ਦੀ ਧਨ ਸੰਬੰਧੀ ਕਿਰਿਆਵਾਂ ਦੀ ਵਿਆਖਿਆ ਕਰਦੇ ਹਾਂ। ਤਾਂ ਆਪਾਂ ਕਹਿ ਸਕਦੇ ਹਾਂ ਐਡਮ ਸਮਿਥ ਦੇ ਅਕੋਰਡਿੰਗਸ ਕਿ ਆਪਾਂ ਅਰਥਸ਼ਾਸਤਰ ਦੇ ਵਿੱਚ ਧਨ ਦਾ ਅਧਿਐਨ ਕਰਦੇ ਹਾਂ। ਧਨ ਦਾ ਅਧਿਐਨ ਕਰਦੇ ਹਾਂ, ਜਿਵੇਂ ਕਿ ਕਿਰਤ ਹੈ, ਕਿਰਤ ਨੂੰ ਉਸਦੇ ਕਿਰਤ ਦੇ ਬਦਲੇ ਕੀ ਮਿਲਦਾ ਹੈ, ਧਨ ਮਿਲਦਾ ਹੈ। ਇੱਕ ਹੈ ਜੋ ਆਪਣੀ ਭੂਮੀ, ਭੂਮੀ ਦੇ ਬਦਲੇ ਆਪਾਂ ਨੂੰ ਲਗਾਨ ਮਿਲਦਾ ਹੈ ਤੇ ਇਹ ਲਗਾਨ ਨੂੰ ਆਪਾਂ ਕਿਵੇਂ ਯੂਜ਼ ਕਰਦੇ ਹਾਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ। ਧਨ ਹੈ ਜਿਹੜਾ ਸਾਨੂੰ ਇਹ ਕਿੱਥੋਂ ਪ੍ਰਾਪਤ ਹੋਏਗਾ, ਕਿਸ ਤਰ੍ਹਾਂ ਪ੍ਰਾਪਤ ਹੋਏਗਾ, ਕਿੰਨਾ ਪ੍ਰਾਪਤ ਹੋਏਗਾ, ਇਹ ਸਾਰੇ ਧਨ ਸੰਬੰਧੀ ਕਿਰਿਆਵਾਂ ਦਾ ਅਧਿਐਨ ਐਡਮ ਸਮਿਥ ਦੇ ਦੁਆਰਾ ਅਰਥਸ਼ਾਸਤਰ ਦੇ ਵਿੱਚ ਕੀਤਾ ਜਾਂਦਾ ਹੈ। ਦੂਸਰੀ ਹੈ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ। ਜਿਹੜੇ ਆਪਣੇ ਦੂਸਰੇ ਅਰਥਸ਼ਾਸਤਰੀ ਨੇ ਮਾਰਸ਼ਲ, ਉਹਨਾਂ ਨੇ ਜਿਹੜੀ ਆਪਣੀ ਡੈਫੀਨੇਸ਼ਨ ਹੈ ਅਰਥਸ਼ਾਸਤਰ ਦੀ, ਉਹਨਾਂ ਨੂੰ ਭੌਤਿਕ ਕਲਿਆਣ ਸੰਬੰਧੀ ਅਧਿਐਨ ਦੇ ਵਿੱਚ ਲਿਆ ਹੈ। ਉਹ ਕੀ ਕਹਿ ਰਹੇ ਨੇ, ਅਕੋਰਡਿੰਗ ਟੂ ਮਾਰਸ਼ਲ, ਅਰਥਸ਼ਾਸਤਰ ਜੀਵਨ ਦੇ ਸਧਾਰਨ ਕਿੱਤੇ ਦੇ ਸੰਬੰਧ ਵਿੱਚ ਮਨੁੱਖ ਜਾਤੀ ਦਾ ਅਧਿਐਨ ਹੈ। ਇਹ ਵਿਅਕਤੀਗਤ ਅਤੇ ਸਮਾਜਿਕ ਕੰਮਾਂ ਦੇ ਉਸ ਹਿੱਸੇ ਦਾ ਅਧਿਐਨ ਕਰਦਾ ਹੈ ਜਿਸ ਦਾ ਸੰਬੰਧ ਕਲਿਆਣ ਕਰਨ ਵਾਲੇ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਅਤੇ ਉਹਨਾਂ ਨਾਲ ਹੈ। ਮਾਰਸ਼ਲ ਕੀ ਕਹਿੰਦੇ ਨੇ ਕਿ ਅਰਥਸ਼ਾਸਤਰ ਦੇ ਵਿੱਚ ਮਾਰਸ਼ਲ ਕਹਿੰਦੇ ਨੇ ਕਿ ਅਰਥਸ਼ਾਸਤਰ ਦੇ ਵਿੱਚ ਭੌਤਿਕ ਕਲਿਆਣ ਸੰਬੰਧੀ ਅਧਿਐਨ ਕੀਤਾ ਜਾਂਦਾ ਹੈ। ਅਰਥਸ਼ਾਸਤਰ ਦੇ ਵਿੱਚ ਦੇਖਿਆ ਜਾਂਦਾ ਹੈ ਜਿਵੇਂ ਕਿ ਆਪਣੇ ਪੋਲੀਟੀਸ਼ੀਅਨਸ ਨੇ, ਇਕੋਨਮੀ ਹੈ, ਕਿ ਕਿਸ ਤਰ੍ਹਾਂ ਅਸੀਂ ਜਿਹੜਾ ਮਨੁੱਖ ਹੈ ਤੇ ਸਮਾਜਿਕ ਹੈ ਉਹ ਕਲਿਆਣ ਵੱਧ ਤੋਂ ਵੱਧ ਕਰ ਸਕੀਏ। ਇਸ ਤਰ੍ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਇੰਡੀਅਨ ਇਕੋਨਮੀ ਦੇ ਵਿੱਚ, ਆਪਣੀ ਇਕੋਨਮੀ ਦੇ ਵਿੱਚ ਜੋ ਵੀ ਹੈ ਗਵਰਨਮੈਂਟ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਤੇ ਗਵਰਨਮੈਂਟ ਪਾਲਿਸੀਜ਼ ਅਪਣਾਈਆਂ ਜਾਂਦੀਆਂ ਨੇ, ਉਹ ਕਿਸ ਚੀਜ਼ ਦੇ ਲਈ ਅਪਣਾਈ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਅਸੀਂ ਕਲਿਆਣ ਕਰ ਸਕੀਏ, ਮਨੁੱਖਾਂ ਦਾ ਕਲਿਆਣ ਵੱਧ ਤੋਂ ਵੱਧ ਹੋ ਸਕੇ, ਸਮਾਜਿਕ ਤੇ ਵਿਅਕਤੀਗਤ। ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਜਿਵੇਂ ਕਿ ਮੋਨੇਟਰੀ ਤੇ ਫਿਜ਼ੀਕਲ ਪਾਲਿਸੀ ਅਪਣਾਈ ਜਾਂਦੀ ਹੈ ਕਿ ਕਿਸ ਤਰ੍ਹਾਂ ਅਸੀਂ ਇਨਫਲੇਸ਼ਨ ਡਿਫਲੇਸ਼ਨ ਨੂੰ ਕੰਟਰੋਲ ਕਰ ਸਕੀਏ ਤੇ ਟ੍ਰੇਡ ਸਾਈਕਲਸ ਦੇ ਵਿੱਚ ਜਿਹੜਾ ਹੈਗਾ ਬੂਮ, ਡਿਪਰੈਸ਼ਨ, ਰਿਕਵਰੀ ਐਂਡ ਰਿਸੈਸ਼ਨਸ ਉਹਨੂੰ ਕੰਟਰੋਲ ਕਰ ਸਕੀਏ। ਇਹਦੇ ਲਈ ਮੋਨੇਟਰੀ ਐਂਡ ਫਿਜ਼ੀਕਲ ਪਾਲਿਸੀ, ਜੋ ਮੋਨੇਟਰੀ ਪਾਲਿਸੀ ਹੈ ਤੁਹਾਨੂੰ ਪਤਾ ਹੈ ਕਿ ਬੈਂਕਸ ਨਾਲ ਰਿਲੇਟਡ ਹੈ, ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ, ਬੈਂਕਿੰਗ ਸਿਸਟਮ ਦੇ ਥਰੂ, RBI ਦੇ ਥਰੂ ਤੇ ਐਂਡ ਕਮਰਸ਼ੀਅਲ ਬੈਂਕਸ ਦੇ ਥਰੂ ਮਨੀ ਦੀ ਸਪਲਾਈ ਨੂੰ ਆਪਾਂ ਕੀ ਕਰਦੇ ਹਾਂ, ਇਨਕਰੀਜ਼ ਐਂਡ ਡਿਕਰੀਜ਼ ਕਰ ਸਕਦੇ ਹਾਂ। ਅਗਰ ਇਨਫਲੇਸ਼ਨ ਹੁੰਦਾ ਹੈ ਜੋ ਆਪਣੇ ਸਮਾਜਿਕ ਐਕਟੀਵਿਟੀਜ਼ ਦੇ ਵਿੱਚ ਜੋ ਆਪਣੇ ਮਨੁੱਖ ਨੇ ਉਹ ਪ੍ਰੋਪਰ ਪ੍ਰਾਈਸਿਸ ਹਾਈ ਹੋਣ ਕਰਕੇ ਆਪਣੀਆਂ ਜਿਹੜੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੇ, ਉਸ ਟਾਈਮਸ ਕੀ ਹੁੰਦਾ, ਜੋ ਕਮਰਸ਼ੀਅਲ ਬੈਂਕਸ ਐਂਡ RBI ਹੁੰਦਾ ਰੇਟ ਆਫ ਇੰਟਰਸਟ ਨੂੰ ਹਾਈ ਕਰਕੇ ਆਪਣੀ ਜੋ ਹੈ ਮਨੀ ਉਹਦੀ ਸਪਲਾਈ ਡਿਕਰੀਜ਼ ਕਰਦਾ, ਜਿਹਦੇ ਕਰਕੇ ਡਿਮਾਂਡ ਹੈ ਜਿਹੜੀ ਉਹ ਸਪਲਾਈ ਤੋਂ ਘੱਟ ਜਾਂਦੀ ਹੈ ਤੇ ਪ੍ਰਾਈਸਿਸ ਨੂੰ ਸਟੇਬਿਲਿਟੀ ਮਿਲ ਜਾਂਦੀ ਹੈ, ਜਿਸ ਦੇ ਵਿੱਚ ਕੀ ਹੈ ਸਮਾਜਿਕ ਜਿਹੜਾ ਹੈ ਕਲਿਆਣ ਉਹ ਆਉਂਦਾ ਹੈ। ਐਂਡ ਉਸ ਤੋਂ ਬਾਅਦ ਡਿਫਲੇਸ਼ਨ ਦੇ ਟਾਈਮ ਜੋ ਹੈ ਬੈਂਕਸ ਦੇ ਥਰੂ ਜਿਹੜੀ ਮਨੀ ਦੀ ਸਪਲਾਈ ਇਨਕਰੀਜ਼ ਕੀਤੀ ਜਾਂਦੀ ਹੈ ਤਾਂ ਜੋ ਜਿਹੜੀ ਆਪਣੀ ਡਿਮਾਂਡ ਹੈ ਉਹ ਸਪਲਾਈ ਦੇ ਇਕੁਅਲ ਹੋ ਜਾਵੇ। ਜਿਵੇਂ ਕਿ ਤੁਸੀਂ ਦੇਖਿਆ ਕਿ ਆਪਣੀ ਇਕੋਨਮੀ ਦੇ ਵਿੱਚ 2 ਸੈਕਟਰਸ ਨੇ, ਇੱਕ ਕੰਜ਼ਿਊਮਰ ਐਂਡ ਪ੍ਰੋਡਿਊਸਰਸ। ਇੱਕ ਸਾਈਡ ਸਪਲਾਈ ਹੈ ਤੇ ਦੂਸਰੀ ਸਾਈਡ ਡਿਮਾਂਡ ਹੈ। ਇਕਨੋਮਿਕਸ ਦੇ ਵਿੱਚ ਸਟੈਬਲਾਈਜੇਸ਼ਨ ਇਕੋਨਮੀ ਦੇ ਵਿੱਚ ਸਥਿਰਤਾ ਉਦੋਂ ਹੀ ਰਹੇਗੀ ਜਦੋਂ ਡਿਮਾਂਡ ਤੇ ਸਪਲਾਈ ਇਕੁਅਲ ਹੋਣਗੇ ਤੇ ਡਿਮਾਂਡ ਆਪਣੀ ਹੈ ਕੰਜ਼ਿਊਮਰਸ ਦੀ ਤਰਫ ਤੋਂ ਐਂਡ ਸਪਲਾਈ ਹੈ ਆਪਣੀ ਪ੍ਰੋਡਿਊਸਰਸ ਦੀ ਤਰਫ ਤੋਂ। ਦੈਨ ਇਹ ਆਪਾਂ ਜਿਹੜੀ ਹੈ ਮੋਨੇਟਰੀ ਐਂਡ ਫਿਜ਼ੀਕਲ ਪਾਲਿਸੀ ਦੋਨਾਂ ਦੇ ਥਰੂ ਇਹਦੇ ਵਿੱਚ ਕੀ ਸਟੇਬਿਲਿਟੀ ਲੈ ਕੇ ਆ ਸਕਦੇ ਹਾਂ। ਤੇ ਦੂਸਰੀ ਸਾਈਡ ਹੈ ਜੋ ਆਪਣੀ ਫਿਜ਼ੀਕਲ ਪਾਲਿਸੀ, ਇਹ ਗਵਰਨਮੈਂਟ ਦੇ ਬਜਟ ਤੇ ਐਕਸਪੈਂਡੀਚਰ ਦੇ ਨਾਲ ਰਿਲੇਟਡ ਹੈ, ਜਿਸ ਦੇ ਵਿੱਚ ਗਵਰਨਮੈਂਟ ਆਪਣੇ ਬਜਟ ਦੇ ਵਿੱਚੋਂ ਕੀ ਕਰਦੀ ਹੈ, ਐਕਸਪੈਂਡੀਚਰਸ ਕਰਦੀ ਹੈ। ਐਕਸਪੈਂਡੀਚਰ ਕਿਸ ਚੀਜ਼ ਦੇ ਲਈ ਕਰਦੀ ਹੈ, ਜਿਵੇਂ ਕਿ ਦੇਖਿਆ ਕਿ ਮਾਰਸ਼ਲ ਕਹਿੰਦੇ ਨੇ ਕਿ ਭੌਤਿਕ ਕਲਿਆਣ ਸੰਬੰਧੀ ਹੈ ਅਰਥਸ਼ਾਸਤਰ ਦਾ ਸੰਬੰਧ, ਜਿਸ ਦੇ ਵਿੱਚ ਮਨੁੱਖ ਤੇ ਆਪਣੀ ਸਮਾਜਿਕ
ਕਲਿਆਣ ਕੀਤਾ ਜਾਂਦਾ ਹੈ ਕਿਸ ਦੇ ਥਰੂ, ਸਰਵਿਸਿਜ਼ ਦੇ ਥਰੂ। ਜਿਵੇਂ ਕਿ ਤੁਸੀਂ ਦੇਖਿਆ ਕਿ ਫਿਜ਼ੀਕਲ ਪਾਲਿਸੀ ਦੇ ਵਿੱਚ ਗਵਰਨਮੈਂਟ ਕੀ ਕਰਦੀ ਆ, ਆਪਣੇ ਬਜਟ ਦੇ ਵਿੱਚੋਂ ਜੋ ਐਕਸਪੈਂਡੀਚਰ ਕਰਦੀ ਹੈ ਕਿਸ ਚੀਜ਼ ਤੇ ਕਰਦੀ ਹੈ, ਸਰਵਿਸਿਜ਼ ਤੇ ਕਰਦੀ ਹੈ, ਸੈਕੰਡਰੀ ਸੈਕਟਰ ਟਰਸ਼ਰੀ ਸੈਕਟਰਸ ਤੇ ਕਰਦੀ ਆ, ਜਿਵੇਂ ਕਿ ਉਹ ਟਰਾਂਸਪੋਰਟ ਤੇ ਕਰਦੀ ਹੈ, ਰੋਡ ਫੈਸਿਲਿਟੀਜ਼ ਦਿੰਦੀ ਆ, ਐਂਡ ਉਸ ਤੋਂ ਬਾਅਦ ਉਹ ਐਜੂਕੇਸ਼ਨ ਸਿਸਟਮ ਤੇ ਖਰਚ ਕਰਦੀ ਆ, ਐਂਡ ਉਸ ਤੋਂ ਬਾਅਦ ਉਹ ਹਸਪਿਟੈਲਿਟੀ ਤੇ ਖਰਚ ਕਰਦੀ ਆ, ਇਹ बैंकिंग फैसिलिटीज प्रोवाइड करती है, एग्रीकल्चर सिस्टम्स प्राइमरी सैक्टर सैकेंडरी एंड टर्शरी सैक्टर्स तिन्हां दे विच की है सर्विस है जिहड़ी वो प्रोवाइड करती है। एंड जिवें कि पीडीएस है पब्लिक डिस्ट्रीब्यूशन सिस्टम्स वो भी किस चीज़ के लिए है, समाजिक कल्याण के लिए ही है। तो कहते हैं मार्शल की जिहड़ी है अपनी इकोनॉमी इकनॉमिक्स वो भौतिक कल्याण के नाल की है संबंध रखती है, तां जो अपने सारे समाज का कल्याण हो सके। उस तो बाद है अपनी जी थर्ड डेफिनेशन है वो रॉबिन्स ने दी है। रॉबिन्स ने दसिया है कि जी अपनी इकनॉमिक्स है उसका संबंध दुर्लभता के नाल, तो उन्होंने अपनी इकनॉमिक्स की दुर्लभता संबंधी परिभाषा दी है। अकॉर्डिंग टू रॉबिन्सन की कहते हैं कि अर्थशास्त्र वो विज्ञान है जो ਵੱਖ-ਵੱਖ उपयोग वाले सीमित साधना ਅਤੇ ਉਦੇਸ਼ਾਂ जिन्हां ਦੇ विकल्पी प्रयोग किए जा सकते हैं नाल संबंध रखने वाले मनुखी व्यवहार का अध्ययन करता है। कि अर्थशास्त्र वो साइंस है ये असीं वो पढ़ते हैं कि किस तरह जिहड़े अपने बहुत सारे की ने प्रयोग ने विकल्पी प्रयोग ने बहुत सारिया नीड्स ने असीमित लोड़ा ने ते असी उन्होंने किद्दां पूरा कर सकते हैं अपने सीमित साधना के नाल, क्योंकि जिहड़े अपने साधन ने वो किने स्कार्स ने स्कार्सिटी आ। स्कार्सिटी का मतलब की हुंदा, स्कार्सिटी का मतलब हुंदा कि साधना का सीमित होना ते लोड़ा का असीमित होना। जिवें कि तुसी फॉर एग्जाम्पल अपनी रियल लाइफ के विच एग्जाम्पल लै सकते हो, जिवें कि जिहड़ा अपने कोल धन है जां पोर क्लास है जां अपनी मिडल क्लास है उहदे कोल जिहड़ा है धन वैल्थ है वो की है घट है, लेकिन जिहड़ियां उन्हां दीयां डिमांड्स ने लोड़ा ने वो बहुत सारियां ने। इस सीमित धन के नाल अपनी जिहड़ियां अनेकां डिमांड्स ने असीमित लोड़ा ने उन्होंने पूरा नहीं कर सकते। दैन फिर उन्होंने की करना पैंदा है, सीमित साधन होने करके सारियां डिमांड्स के विचों कुछ जिहड़ियां लोड़ा ने जिहड़ियां बहुत ज़्यादा जरूरी ने, जिवें कि बेसिक नीड्स आ गया फूड शैल्टरिंग एंड क्लोथिंग, उन्होंने चूज करनियां पैंदियां ने, जिन्हां दे थ्रू की करता मनुख व्यवहार करता है। मनुख अपने व्यवहार के विच गति लैके आउंदा है कि किस तरह वो सीमित साधना के नाल असीमित जिहड़ियां लोड़ां ने उन्होंने पूरा कर सके। सब तो पहला वो बेस्ट प्रैफरेंस उसनूं दिंदा है जो उसके लिए लोड़ बहुत ज़्यादा जरूरी है, तो उस तो उस लोड़ को पूरा करके बाद तो बाद की करता है अपनी जी सैटिस्फैक्शन है उन्होंने की करता है गेन करता है। तो तुसीं एक होर एग्जाम्पल भी लै सकते हो इसके जिवें कि अपनी मिल्क आ गया, मिल्क के डिफरेंट यूजिस ने, लेकिन मिल्क है अपने को मिल्क की क्वांटिटी सिर्फ 1 लीटर है, दैन फिर मैं उन्होंने इको डिमांड के लिए इको लोड के लिए पूरा कर सकता, जां तां मैं उन्होंने पी सकता है, जां मैं उतो दही जमा सकता है, जां फिर मैं उतो अपनी आइसक्रीम वगैरह नूं जमा सकता। तब ये साडे ते डिपेंड करता है कि किस तरह असी विकल्पी प्रयोग दे विचों उन्होंने अपने एक प्रयोग दे विच लै तो सानू इकनॉमिक्स दसदी है कि किस तरह असी अपने आप को सैटिस्फाई कर सकते हैं, अपनी लोड़ां नूं पूरा कर सकते हैं सीमित साधना दे थ्रू। उस तो बाद है साडा इंट्रोडक्शन टू स्कोप ऑफ इकनॉमिक्स कि जिहड़ा साडी इकनॉमिक्स है उहदा स्कोप की है, खेतर की है। जिहड़े ਵੱਖ-ਵੱਖ अर्थशास्त्री ने उन्होंने इकनॉमिक्स के स्कोप बारे गल की है। इकनॉमिक्स का स्कोप बहुत व्यापक है, बहुत बड़ा है, क्योंकि ये पूरी इकोनॉमी दे विच है, पूरी कंट्री दे विच है, एक व्यक्ति तो लैके ऑल द पीपल्स के लैवल तक ये पहुँच सकता है। तो अर्थशास्त्र की विशेष समग्री के स्कोप की जे असीं गल करिए तो अर्थशास्त्र का स्कोप है 4 गल्लां ते डिपेंड करता है। एक तो सब तो पहला मनुखी क्रियावां का अध्ययन है, जिवें कि असीं पढ़िया ही है कि जिहड़ी अर्थशास्त्र है मनुखी क्रियावां का अध्ययन है, किस तरह मनुखी जिहड़ा मनुख है वो आर्थिक क्रियावां करता है तो उन्हां दे थ्रू वो अपने सीमित साधनां नूं वरत के असीमित लोड़ां नूं पूरा करता है। तो इकनॉमिक्स के विच असीं देखते हैं कि किस तरह एक व्यक्ति अपनी ਵੱਖ-ਵੱਖ लोड़ां नूं पूरा करता है। हर एक व्यक्ति दियां ਵੱਖ-ਵੱਖ लोड़ां हुंदियां ने, जिवें कि सब तो पहला अपनियां हर एक कंज्यूमर दियां हर एक व्यक्ति दियां आर्थिक क्रियावां दी गल करदे हां।
ਆਰਥਿਕ ਕ੍ਰਿਆਵਾਂ ਜਿਹਦੇ ਵਿੱਚ ਕੀ ਹੁੰਦਾ ਹੈ, ਮੰਗਾਂ ਹੁੰਦੀਆਂ ਨੇ, ਆਰਥਿਕ ਚੱਕਰ ਦੀ ਗੱਲ ਕਰਦੇ ਹਾਂ, ਇੱਕ ਇਕਨੋਮਿਕ ਸਾਈਕਲ ਦੀ ਗੱਲ ਕਰਦੇ ਹਾਂ। ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਨੇ ਉਹ ਇੱਕ ਇਕਨੋਮਿਕ ਸਾਈਕਲ ਦੇ ਵਿੱਚ ਕੀ ਆ, ਘੁੰਮਦੀਆਂ ਰਹਿੰਦੀਆਂ ਨੇ। ਇਕਨੋਮਿਕ ਸਾਈਕਲ ਆ ਜਿਹੜਾ ਸਾਡਾ ਆਰਥਿਕ ਚੱਕਰ ਹੈ ਉਹ ਚੱਲਦਾ ਰਹਿੰਦਾ ਹੈ। ਇਹ ਕਦੇ ਵੀ ਜਿਹੜੀ ਇਕਨੋਮਿਕ ਐਕਟੀਵਿਟੀਜ਼ ਨੇ ਇਹ ਨਹੀਂ ਰੁਕਦੀਆਂ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਜਿਹੜੀਆਂ ਆਪਣੀਆਂ ਮੰਗਾਂ ਨੇ, ਲੋੜਾਂ ਨੇ, ਉਹ ਕੀ ਨੇ, ਜਨਰੇਟ ਹੁੰਦੀਆਂ ਨੇ। ਮੰਗਾਂ ਲੋੜਾਂ ਜਨਰੇਟ ਹੁੰਦੀਆਂ ਨੇ, ਜਿਵੇਂ ਕਿ ਕਿਸੇ ਵੀ ਪਰਸਨਸ ਨੇ ਕੁਝ ਬਾਏ ਕਰਨਾ ਹੈ ਜਾਂ ਕਿਸੇ ਸਟੂਡੈਂਟਸ ਨੇ ਕੀ ਕਰਨਾ ਹੈ, ਕੁਝ ਪੜ੍ਹਨਾ ਹੈ, ਠੀਕ ਹੈ, ਤਦ ਉਹਦੀ ਲੋੜ ਕੀ ਹੋਗੀ, ਪ੍ਰੋਡਿਊਸ ਹੋਗੀ, ਲੋੜ ਉਤਪੰਨ ਹੋਗੀ, ਮੰਗ ਹੋਗੀ ਕਿ ਉਹ ਇਸ ਚੀਜ਼ ਦੀ ਡਿਮਾਂਡ ਕਰ ਰਿਹਾ ਹੈ। ਤਾਂ ਫਿਰ ਉਹ ਕੀ ਕਰੇਗਾ, ਉਸ ਚੀਜ਼ ਨੂੰ ਪੂਰਾ ਕਰਨ ਦੇ ਲਈ, ਉਸ ਵਸਤੂ ਨੂੰ ਖਰੀਦਣ ਦੇ ਲਈ ਯਤਨ ਕਰੇਗਾ, एफर्ट्स करेगा। देन सेकंड पार्ट इज द एफर्ट्स। वो एफर्ट करेगा, वो किते ना किते जॉब करेगा, किते ना किते लेबर करेगा, किते ना किते वो इनकम दा सोर्स जिथों मिले सानू इनकम मिले वो एक्टिविटी नु करेगा। किस चीज दे लिए, इकोनॉमिक कंडीशंस दे ले नु फुलफिल करन दे लिए। इकोनॉमिक कंडीशंस किस दे थ्रू फुलफिल होएगी, ਧਨ ਦੇ ਥਰੂ ਫੁਲਫਿਲ ਹੋਏਗੀ। ਤਾਂ ਉਹ ਧਨ ਨੂੰ ਇਕੱਠਾ ਕਰਨ ਦੇ ਲਈ ਧਨ ਦੇ ਥਰੂ ਕਿ ਸਾਡੀ ਲੋੜ ਪੂਰੀ ਹੋਏਗੀ, ਲੋੜ ਨੂੰ ਪੂਰਾ ਕਰਨ ਦੇ ਲਈ ਧਨ ਦੇ ਲਈ ਉਹ ਕੀ ਕਰੇਗਾ, ਯਤਨ ਕਰੇਗਾ, ਐਫਰਟਸ ਕਰੇਗਾ। ਦਿਸ ਇਜ਼ ਅ ਸੈਕੰਡ ਕੰਡੀਸ਼ਨ। ਐਂਡ ਥਰਡ ਕੰਡੀਸ਼ਨ, ਜਦੋਂ ਐਫਰਟਸ ਕਰੇਗਾ, ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਜਾਏਗਾ, ਚਾਹੇ ਉਹ ਲੇਬਰ ਕਰੇਗਾ, तब फिर उन्हें की होएगा, उससे बदले लेबर के बदले की मिलेगा, वेजिस मिलेंगे। धन इकट्ठा होएगा, तब उन्हें किया मनी इकट्ठी की, वैल्थ इकट्ठी की, तो वैल्थ नु किस चीज दे लिए करेगा, अपनी फर्स्ट कंडीशंस मीन जो मंगा ने, लोड़ा ने, उन्होंने पूरा करने के लिए वरतेगा। तो वस्तुओं को खरीद लेगा, पढ़ लेगा, तद ਉਹਦਾ ਕੀ ਹੋਏਗੀ, ਉਸ ਤੋਂ ਕਿਸੇ ਵੀ ਚੀਜ਼ ਦੀ ਜਦੋਂ ਉਹਨੂੰ ਡਿਮਾਂਡ ਹੈ, ਲਾਈਕ ਜਿਵੇਂ ਕਿ ਫੂਡ, ਉਹਨੂੰ ਫੂਡ ਚਾਹੀਦਾ ਸੀਗਾ, एफर्ट्स करके धन इकट्ठा करेगा तो फूड ले लेगा, तो फूड के थ्रू की मिलेगी, सैटिस्फैक्शन मिलेगी। सैटिस्फैक्शन मीनस संतुष्टि। जो भी आप किसी चीज़ को यूज करते हैं तो उन्होंने कुछ ना कुछ उस चीज़ के बदले मिलता है, दैट इज अ सैटिस्फैक्शन। इन्हों आप यूटिलिटी भी बोलते हैं, जिमें कि मैंने प्यास लगती है, मैं एक गिलास पानी पीनी है, जिमें कि थोड़ा पहले भी दसिया तो सानू की मिलेगी, सैटिस्फैक्शन मिलेगी, क्योंकि साडी प्यास बुझेगी। दैन लोड़ा नूं पूरा करके सानू सैटिस्फैक्शन मिलेगी। उस तो बाद एक लोड़ पूरा होने तो बाद साडी जिहड़ी सैकंड लोड़ है वो की है, जनरेट हो जाएगी, जिहदे लई आपां की करांगे, उस लोड़ नूं पूरा करने लई फिर तो एफर्ट करांगे, एफर्ट करके फिर सानू धन मिलेगा, धन तो बाद फिर असीं उस चीज़ नूं यूज़ करांगे, धन नूं वरतांगे, उस चीज़ नूं बाय करन दे लई, फिर सानू सैटिस्फैक्शन मिलेगी। दैन जी साडियां जिहड़ियां लोड़ां ने, एफर्ट्स ने ते मनी आ ते सैटिस्फैक्शन आ, जिहड़ा इकनॉमिक एक्टिविटीज़ वाला चक्कर है, इकनॉमिक सर्कल है, बार बार की है, चलता रहेगा, जिहदे थ्रू साडी जिहड़ी इकनॉमिक एक्टिविटीज़ ने ये कदे भी नहीं रुकणगियां, ये हमेशा ही की रहणगियां, चलदियां। इस थ्रू असीं कह सकते हैं कि जिहड़ी इकनॉमिक्स है ये आर्थिक चक्कर पर डिपेंड करती है, आर्थिक चक्कर जो कदे भी नहीं रुकण वाला नहीं है। जब तक असीं जीउंदे हां, क्योंकि साडी जिहड़ियां लोड़ां ने वो कदी भी खत्म नहीं होंदियां, वो हमेशा ही चलदियां। उस तो बाद है अर्थशास्त्र दा सवाल, नेचर ऑफ इकनॉमिक्स। जिहड़ी साडी इकनॉमिक्स है उसदी नेचर किदां दी है, सवाल किदां दा है। इसदे विच भी जिहड़े अपने डिफरेंट इकनॉमिक्स ने उन्होंने अलग अलग दस्सिया है। कोई कहता है कि जी अर्थशास्त्र है वो विज्ञान है, कोई कहता है कि अर्थशास्त्र है जी वो कला है, कोई कहता है कि विज्ञान के भी अर्थशास्त्र वास्तविक विज्ञान है या आदर्शात्मक विज्ञान है। ठीक है, तब असीं देखते हैं कि अर्थशास्त्र का सवाल है कि जबकि अर्थशास्त्र दो पक्षी है, अर्थशास्त्र विज्ञान भी है तो अर्थशास्त्र कला भी है। जे असी विज्ञान की गल करिए कि अर्थशास्त्र विज्ञान है कि इकनॉमिक इज अ साइंस, यस इकनॉमिक्स इज अ साइंस, क्योंकि इकनॉमिक्स के विच जो अपने एक्चुअल दे विच रियलिटी है वो सिट्टे ने, नतीजे ने वो देखे जाते हैं कि इकनॉमिक्स है कि इकनॉमिक्स के विच किहड़ी सिचुएशन पाई जाती है। जिमें कि जे असी गल करिए कि पॉवर्टी, तो इकनॉमिक्स के विच ये चैक किया जाता है, इकनॉमिक्स इज अ साइंस की पॉवर्टी है, यस है। पॉवर्टी किन्ने परसेंट है, पॉवर्टी लाइन है जी उस तो नीचे किन्ने पीपल्स ने, अगर साडी इकोनॉमी दे विच इन्फ्लेशन है तो किन्ने परसेंट है, इन्फ्लेशन क्यों है, इन्फ्लेशन के की रीजनस ने, जिहड़े सही तत्व ने, सही सिट्टे ने सानू वो इकनॉमिक्स दे विच मिलदे ने कि
व्हाट इज दिस, व्हाट इज वाई, कि अगर इकनॉमिक प्रॉब्लम्स ने आर्थिक क्रियावां ਦੇ ਵਿੱਚ ਇਕਨੋਮਿਕ ਸਮੱਸਿਆਵਾਂ ਨੇ ਤਾਂ ਕਿਉਂ ਨੇ, ਇਹਨਾਂ ਦਾ ਕੀ ਰੀਜ਼ਨਸ ਹੈ, this is a science, then ਅਸੀਂ ਕਹਿ ਸਕਦੇ ਹਾਂ ਕਿ ਇਕਨੋਮਿਕਸ ਇਜ਼ ਅ ਸਾਇੰਸ। then ਉਸ ਤੋਂ ਬਾਅਦ ਹੈ ਕਿ ਇੱਕ ਹੀ ਚੀਜ਼ ਹੈ, ਵਾਸਤਵਿਕ ਸਾਇੰਸ ਹੈ ਜਾਂ ਆਦਰਸ਼ਕ ਸਾਇੰਸ ਹੈ। ਜਿਹੜੀ ਇਕਨੋਮਿਕਸ ਹੈ ਵਾਸਤਵਿਕ ਵਿਗਿਆਨ ਵੀ ਹੈ ਤੇ ਇਹ ਆਦਰਸ਼ਾਤਮਕ ਵਿਗਿਆਨ ਵੀ ਹੈ। ਵਾਸਤਵਿਕ ਵਿਗਿਆਨ ਕੀ ਹੈ, ਕਿਉਂਕਿ ਸਾਨੂੰ ਐਕਚੁਅਲ ਸਿਚੁਏਸ਼ਨ ਦੱਸਦਾ ਹੈ ਕਿ ਵਾਟ ਇਜ਼ ਇਕਨੋਮਿਕਸ, ਇਕਨੋਮਿਕਸ ਹੈ ਕੀ। ਅਗਰ ਇਕਨੋਮਿਕਸ ਦੇ ਵਿੱਚ ਜਿਹੜੀ ਹੈ ਆਪਣੀ ਇਕਨੋਮਿਕ ਕੰਡੀਸ਼ਨਸ ਮੀ ਜੀਡੀਪੀ ਲੋ ਹੈ ਤਾਂ ਉਹਦਾ ਮੇਨ ਰੀਜ਼ਨਸ ਕੀ ਹੈ, ਪ੍ਰੋਡਕਸ਼ਨ ਘੱਟ ਹੈ ਕਿਉਂ ਘੱਟ ਹੈ, ਪਰ ਕੈਪੀਟਲ ਇਨਕਮ ਘੱਟ ਹੈ ਕਿਉਂ ਘੱਟ ਹੈ, ਇਹਦੇ ਰੀਜ਼ਨਸ ਕੀ ਨੇ, ਕਿ ਕਿੰਨੇ ਪਰਸੈਂਟ ਹੈ जीडीपी किन्ने परसेंट है, नैशनल इनकम किन्ने परसेंट है। एंड आदर्शात्मक विज्ञान ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹਦੇ ਕੀ ਰੀਜ਼ਨਸ ਵੀ ਕਿਉਂ ਹੈ, ਇਹਦਾ ਰੀਜ਼ਨ ਕੀ ਹੈ। ਇਹ ਸਭ ਕੁਝ ਸਾਨੂੰ ਦੋਵਾਂ ਦੇ ਵਿੱਚ ਆਦਰਸ਼ਾਤਮਕ ਤੇ ਵਾਸਤਵਿਕ ਦੇ ਵਿੱਚ ਪਤਾ ਲੱਗਦਾ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਵੇਂ ਤਰ੍ਹਾਂ ਦਾ ਵਿਗਿਆਨ ਹੈ। ਦੈਨ ਅਰਥ ਸ਼ਾਸਤਰ ਕੀ ਹੈ, ਇੱਕ ਕਲਾ ਵੀ ਹੈ। ਕਲਾ ਦੇ ਵਿੱਚ ਇਹ ਕਹਿ ਸਕਦੇ ਕਿ ਇਕਨੋਮਿਕਸ ਇਜ਼ ਅ ਆਰਟ। ਆਰਟ ਦਾ ਮਤਲਬ ਹੈ ਕਿ ਜੋ ਵੀ ਹੈ ਐਕਚੁਅਲ ਦੇ ਵਿੱਚ ਜੋ ਸਿੱਟੇ ਨੇ ਤਾਂ ਉਹਨਾਂ ਨੂੰ ਪੂਰਾ ਕਰਨ ਦੇ ਲਈ, ਕਿ ਅਗਰ ਪੋਵਰਟੀ ਹੈ ਤਾਂ ਉਹਦਾ ਕੀ ਰੀਜ਼ਨਸ ਹੈ, ਪੋਵਰਟੀ ਕਿੰਨੇ ਪਰਸੈਂਟ ਹੈ, ਤਾਂ ਇਸ ਪੋਵਰਟੀ ਨੂੰ ਅਸੀਂ ਕੀ ਕਰ ਸਕਦੇ ਹਾਂ, ਇਹਦਾ ਸੋਲੂਸ਼ਨਸ ਕੀ ਹੈ, ਕਿ ਸਾਡੇ ਉਦੇਸ਼ ਕੀ ਨੇ, ਕਿ ਪੋਵਰਟੀ ਨੂੰ ਅਸੀਂ ਕਿੰਨੇ ਪਰਸੈਂਟ ਰਿਡਿਊਸ ਕਰੀਏ। ਅਗਰ ਇਨਫਲੇਸ਼ਨ ਹੈ ਤਾਂ ਅਸੀਂ ਇਨਫਲੇਸ਼ਨ ਨੂੰ ਸਟੇਬਲ ਕਿੱਦਾਂ ਕਰੀਏ। ਤਾਂ ਜੋ ਵੀ ਸਾਡੇ ਉਦੇਸ਼ ਨੇ, ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਜੋ ਵੀ ਅਸੀਂ ਤਰੀਕੇ ਅਪਣਾਉਣੇ ਆ ਕਿ ਕੀ ਹੋਣਾ ਚਾਹੀਦਾ ਹੈ, ਵਟ ਆਊਟ ਟੂ ਬੀ, ਕਿ ਕੀ ਹੋਣਾ ਚਾਹੀਦਾ ਹੈ। ਅਗਰ ਅਸੀਂ ਇਕਨੋਮਿਕਸ ਦੇ ਵਿੱਚ ਇਸ ਚੀਜ਼ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਕਨੋਮਿਕਸ ਇਜ਼ ਅ ਆਰਟ, ਇੱਕ ਕਲਾ ਵੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਆਰਥਿਕ ਉਦੇਸ਼ ਨੇ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਕਿ ਆਪਣੀ ਇਕੋਨਮੀ ਦੇ ਵਿੱਚ ਜਿਹੜਾ ਹੈ 3 ਡੈਫੀਨੇਸ਼ਨਸ ਆਪਾਂ ਨੇ ਪੜ੍ਹੀਆਂ ਸੀਗੀਆਂ। ਐਡਮ ਸਮਿਥ ਦੀ ਆਪਾਂ ਨੇ ਧਨ ਸੰਬੰਧੀ ਪੜ੍ਹੀ ਸੀਗੀ, ਐਂਡ ਮਾਰਸ਼ਲ ਦੀ ਆਪਾਂ ਨੇ ਪੜ੍ਹੀ ਸੀਗੀ ਆਰਥਿਕ ਕਲਿਆਣ ਸੰਬੰਧੀ, ਐਂਡ ਰੋਬਿਨਸ ਦੀ ਆਪਾਂ ਨੇ ਪੜ੍ਹੀ ਸੀਗੀ ਦੁਰਲਭਤਾ ਸੰਬੰਧੀ। ਸਭ ਤੋਂ ਪਹਿਲਾਂ ਜਿਵੇਂ ਕਿ ਧਨ ਸੰਬੰਧੀ ਕ੍ਰਿਆਵਾਂ, ਕਿ ਆਪਣੀ ਇਕੋਨਮੀ ਦੇ ਵਿੱਚ ਕਿੰਨੇ ਹੈ ਨੈਸ਼ਨਲ ਇਨਕਮ ਐਂਡ ਜੀਡੀਪੀ ਹੈ, ਦਿਸ ਇਜ਼ ਅ ਸਾਇੰਸ। ਐਂਡ ਜੀਡੀਪੀ ਨੂੰ ਇਨਕਰੀਜ਼ ਕਿੱਦਾਂ ਕਰ ਸਕਦੇ ਆ, ਪਰ ਕੈਪੀਟਲ ਇਨਕਮ ਨੂੰ ਇਨਕਰੀਜ਼ ਕਿੱਦਾਂ ਕਰ ਸਕਦੇ ਆ, ਇਹਦੇ ਕੀ ਸੋਲੂਸ਼ਨਸ ਨੇ, ਕੀ ਆਪਾਂ ਇਹਨਾਂ ਦੇ ਬਾਰੇ ਐਕਟੀਵਿਟੀਜ਼ ਕਰ ਸਕਦੇ ਆ, ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਆ, ਜਾਂ ਫਿਰ ਆਪਾਂ ਟਰਾਂਸਪੋਰਟ ਫੈਸਿਲਿਟੀਜ਼ ਇਨਕਰੀਜ਼ ਕਰ ਸਕਦੇ ਆ, ਇੰਡਸਟਰੀਲਾਈਜੇਸ਼ਨ ਇਨਕਰੀਜ਼ ਕਰ ਸਕਦੇ ਆ, ਪ੍ਰਾਈਵੇਟ ਸੈਕਟਰ ਨੂੰ ਪਹਿਲ ਦੇਈਏ ਜਾਂ ਸੈਕੰਡਰੀ ਨੂੰ ਜਾਂ ਟਰਸ਼ਰੀ ਨੂੰ, ਜੋ ਵੀ ਆਪਾਂ ਸੋਚਦੇ ਆ ਕਿ ਕੀ ਹੋਣਾ ਚਾਹੀਦਾ ਹੈ, ਦਿਸ ਇਜ਼ ਅ ਆਰਟ। ठीक है। अगर आप इन्फ्लेशन की गल करिए कि इन्फ्लेशन किन्ने परसेंट है, किन्ने परसेंट जी अपने प्राइसिस ने वो इंक्रीज हुई ने। अगर आप इनके सॉल्यूशंस की गल करिए दैन दिस इज अ आर्ट कि किस तरह अपना जो है इन्फ्लेशन कंट्रोल हो सकता है कि आप इन्हों के बारे की कर सकते हैं, तो आप वो एक्चुअल सिचुएशन के उतर जाइए जिमें कि फिजिकल तो जी अपनी मॉनेटरी पॉलिसी है उन्होंने फॉलो करिए, दिस इज अ आर्ट। एंड उस तो बाद ਅਸੀਂ ਗੱਲ ਕਰਦੇ ਹਾਂ ਆਰਥਿਕ ਅਰਥਸ਼ਾਸਤਰ ਦੀਆਂ ਸੀਮਾਵਾਂ, ਕਿ ਲਿਮਿਟੇਸ਼ਨਸ ਆਫ ਇਕਨੋਮਿਕਸ, ਇਕਨੋਮਿਕਸ ਦੀਆਂ ਲਿਮਿਟੇਸ਼ਨਸ ਕੀ ਨੇ। ਅਰਥਸ਼ਾਸਤਰ ਦੀਆਂ ਸੀਮਾਵਾਂ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਅਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹਾਂ ਕਿ ਸਿਰਫ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ। ਇਕਨੋਮਿਕਸ ਦੇ ਵਿੱਚ ਲਿਖਿਆ ਗਿਆ ਹੈ ਕਿ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਨੇ ਜਿਹੜੀਆਂ ਧਨ ਸੰਬੰਧੀ ਕਿਰਿਆਵਾਂ ਨੇ, ਇਕਨੋਮਿਕਸ ਦੇ ਵਿੱਚ ਉਹਨਾਂ ਦਾ ਅਧਿਐਨ ਕੀਤਾ ਜਾ ਸਕਦਾ। ਜਿਵੇਂ ਕਿ ਆਪਾਂ ਨੂੰ ਫਸਟ ਡੈਫੀਨੇਸ਼ਨ ਦੇ ਵਿੱਚ ਵੀ ਦੱਸਿਆ ਸੀਗਾ, ਆਪਣੀ ਜਿਹੜੀ ਡੈਫੀਨੇਸ਼ਨ ਸੀਗੀ ਐਡਮ ਸਮਿਥ ਦੀ, ਉਹਨਾਂ ਨੇ ਬੋਲਿਆ ਸੀਗਾ ਕਿ ਧਨ ਨਾਲ ਸੰਬੰਧਿਤ ਹੈ ਆਰਥਿਕ ਕਿਰਿਆਵਾਂ ਅਰਥਸ਼ਾਸਤਰ। ਲੇਕਿਨ ਇਹ ਗਲਤ ਹੈ ਕਿਉਂਕਿ ਉਹਨਾਂ ਨੇ ਸਿਰਫ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਸਿਰਫ ਧਨ ਸੰਬੰਧੀ ਕਿਰਿਆਵਾਂ ਦਾ ਅਧਿਐਨ ਕੀਤਾ ਹੈ। ਜਿਵੇਂ ਕਿ ਉਹਨਾਂ ਨੇ ਸਿਰਫ ਡਿਸਟ੍ਰੀਬਿਊਸ਼ਨ ਐਂਡ ਪ੍ਰੋਡਕਸ਼ਨ ਦੀ ਗੱਲ ਕੀਤੀ ਹੈ, ਉਹਨਾਂ ਨੇ ਭੌਤਿਕ ਸਾਧਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੂੰ ਛੂਇਆ ਜਾ ਸਕਦਾ ਹੈ, ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਅਨਰੀਅਲਿਸਟਿਕ ਥਿੰਗਸ ਦੀ ਗੱਲ ਨਹੀਂ ਕੀਤੀ, ਅਭੌਤਿਕ ਸਾਧਨਾਂ ਦੀ ਗੱਲ ਨਹੀਂ ਕੀਤੀ, ਕਿਉਂਕਿ ਕਿਤੇ ਨਾ ਕਿਤੇ ਮਨੁੱਖ ਦੀਆਂ ਕਿਰਿਆਵਾਂ ਦੇ ਵਿੱਚ ਫੀਲਿੰਗਸ, ਇਮੋਸ਼ਨਸ ਵੀ ਹੁੰਦੇ ਨੇ ਜੋ ਸਾਨੂੰ ਨਹੀਂ ਦਿਖਦੇ। ਆਪਣੀਆਂ ਜਿਹੜੀਆਂ ਸਾਰੀਆਂ ਅਰਥਸ਼ਾਸਤਰ ਹੈ ਇਕਨੋਮਿਕ ਐਕਟੀਵਿਟੀਜ਼ ਦੇ ਨਾਲ ਨਾਲ ਜਿਹੜੀਆਂ ਦੂਸਰੀ ਜਿਵੇਂ ਕਿ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ, ਭੌਤਿਕ ਕਲਿਆਣ ਦੀ ਗੱਲ ਨਹੀਂ ਕੀਤੀ। ਐਂਡ ਉਹਨਾਂ ਨੇ ਦੁਰਲਭਤਾ ਦੀ ਗੱਲ ਨਹੀਂ ਕੀਤੀ, ਕਿਉਂਕਿ ਜਿਹੜੀ ਦੁਰਲਭਤਾ ਹੈ ਅਸੀਂ ਦੇਖਦੇ ਹਾਂ ਕਿ ਸਾਧਨ ਸੀਮਤ ਨੇ ਤੇ ਲੋੜਾਂ ਅਸੀਮਤ ਨੇ, ਉਹਨਾਂ ਦਾ ਵੀ ਜਿਹੜੀਆਂ ਆਰਥਿਕ ਕਿਰਿਆਵਾਂ ਨੇ ਉਹਨਾਂ ਤੇ ਇਫੈਕਟ ਪੈਂਦਾ ਹੈ। ਕਿਉਂਕਿ ਜਿਹੜਾ ਅਸੀਂ ਧਨ ਦਾ ਯੂਜ਼ ਕਰਦੇ ਹਾਂ ਉਹ
ਸਾਡੀ ਸਕਾਰਸਿਟੀ ਤੇ ਡਿਪੈਂਡ ਕਰਦਾ ਹੈ। ਅਗਰ ਈਜ਼ੀਲੀ ਕੋਈ ਵੀ ਚੀਜ਼ ਸਾਨੂੰ ਪ੍ਰੋਵਾਈਡ ਹੋਏਗੀ ਤਾਂ ਉਹ ਚੀਪੈਸਟ ਹੋਏਗੀ, ਅਸੀਂ ਘੱਟ ਇਨਕਮ 'ਚ ਵੀ ਉਹਨੂੰ ਆਰਾਮ ਦੇ ਨਾਲ ਬਾਏ ਕਰ ਸਕਦੇ ਹਾਂ। ਲੇਕਿਨ ਅਗਰ ਸਕਾਰਸਿਟੀ ਹੈ, ਸਾਨੂੰ ਚੀਜ਼ ਨਹੀਂ ਮਿਲਣੀ, ਫੋਰ ਐਗਜ਼ਾਮਪਲ ਲਾਈਕ ਪੈਟਰੋਲ, ਦੈਨ ਫਿਰ ਕੀ ਆ, ਪ੍ਰਾਈਸਿਸ ਹਾਈ ਹੋਣਗੀਆਂ। ਜਿਹੜੀਆਂ ਮਨੁੱਖ ਦੀਆਂ ਆਰਥਿਕ ਕ੍ਰਿਆਵਾਂ ਨੇ ਉਹਨਾਂ ਦੇ ਇਹਨਾਂ ਚੀਜ਼ਾਂ ਦਾ ਫਰਕ ਪਏਗਾ। ਦੈਨ ਸੈਕਿੰਡ ਹੈ ਵਾਸਤਵਿਕ ਮਨੁੱਖ ਦਾ ਅਧਿਐਨ। ਉਹਨਾਂ ਨੇ ਬੋਲਿਆ ਕਿ ਸਟੱਡੀ ਆਫ ਰੀਅਲ ਮੈਨ। ਜਿਹੜੀ ਆਪਣੀ ਇਕਨੋਮਿਕਸ ਹੈ, ਆਪਾਂ ਇਹਦੇ ਵਿੱਚ ਕੀ ਕਰਦੇ ਹਾਂ, ਰੀਅਲ ਮੈਨ ਦੀ ਸਟੱਡੀ ਕਰਦੇ ਹਾਂ। ਰੀਅਲ ਮੈਨ ਮੀਨਸ ਜੋ ਐਕਚੁਅਲ ਦੇ ਵਿੱਚ ਮੈਨ ਸੋਚਦਾ, ਜੋ ਮੈਨ ਹੈ ਉਹ ਕੀ ਆ, ਰੈਸ਼ਨਲ ਹੈ। ਰੈਸ਼ਨਲ ਮੈਨ ਦਾ ਮਤਲਬ ਹੁੰਦਾ ਕਿ ਕਿਸ ਤਰ੍ਹਾਂ ਉਹਦੇ ਕੋਲ ਜਿਹੜੇ ਮਨੀ ਹੈ ਉਹ ਉਹਨੂੰ ਯੂਜ਼ ਕਰਕੇ ਵੱਧ ਤੋਂ ਵੱਧ ਸੈਟਿਸਫੈਕਸ਼ਨ ਗੇਨ ਕਰ ਸਕੇ। ਉਹ ਸੈਲਫਿਸ਼ ਹੁੰਦਾ, ਉਹ ਸਿਰਫ ਆਪਣੇ ਬਾਰੇ ਸੋਚਦਾ ਹੈ। ਇਹ ਸੀ ਆਪਣੀ ਜਿਹੜੀ ਵੀ ਹੈ ਫਸਟ ਡੈਫੀਨੇਸ਼ਨ ਦੇ ਨਾਲ ਰਿਲੇਟ ਕਰਦੀ ਸੀਗੀ, ਜਿਹੜੀ ਆਪਣੀ ਐਡਮ ਸਮਿਥ ਨੇ ਦਿੱਤੀ ਸੀ। ਲੇਕਿਨ ਦੂਸਰੀ ਤੇ ਤੀਸਰੀ ਡੈਫੀਨੇਸ਼ਨ ਇਹਦੇ ਵਿੱਚ ਨਹੀਂ ਹੁੰਦੀ, ਜਿਹਦੇ ਵਿੱਚ ਉਹਨਾਂ ਨੇ ਬੋਲਿਆ ਸੀਗਾ ਕਿ ਮਨੁੱਖ ਵਿਅਕਤੀਗਤ ਤੇ ਸਮਾਜਿਕ ਕਲਿਆਣ ਨਾਲ ਸੰਬੰਧਿਤ, ਤੇ ਥਰਡ ਤੇ ਬੋਲਿਆ ਸੀ ਦੁਰਲਭਤਾ ਨਾਲ ਸੰਬੰਧਿਤ। ਕਿਉਂਕਿ ਇਕਨੋਮਿਕਸ ਦੇ ਵਿੱਚ ਸਿਰਫ ਧਨ ਸੰਬੰਧੀ ਰੈਸ਼ਨਲ ਮੈਨ ਦੀ ਗੱਲ ਨਹੀਂ ਕੀਤੀ ਜਾਂਦੀ, ਇਹਦੇ ਵਿੱਚ ਜਿਹੜਾ ਹੈ ਆਪਣੇ ਸਮਾਜਿਕ ਕਲਿਆਣ ਦੀ ਗੱਲ ਵੀ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਜਿਹੜੇ ਸੋਸ਼ਲ ਸਰਵਿਸਿਜ਼ ਨੇ ਆਪਾਂ ਪ੍ਰੋਵਾਈਡ ਕਰੀਏ ਤਾਂ ਜੋ ਜਿੰਨੇ ਵੀ ਆਪਣੇ ਪੀਪਲਸ ਨੇ ਉਹ ਆਪਣੇ ਸੈਟਿਸਫਾਈ ਹੋ ਸਕਣ, ਉਹਦਾ ਸਟੇਟਸ ਬਣਿਆ ਰਹੇ, ਤੇ ਰਿਲੇਸ਼ਨਸ਼ਿਪਸ ਦੇ ਵਿੱਚ ਜੋ ਵੀ ਆਪਣੀ ਇਕੋਨਮੀ ਦੇ ਵਿੱਚ ਆਪਣਾ ਹੈ ਸੋਸ਼ਲ ਵਰਕਰਸ ਨੇ ਉਹ ਸੈਟਿਸਫਾਈ ਹੋ ਸਕਣ। ਨੈਕਸਟ ਹੈ ਸਧਾਰਨ ਮਨੁੱਖ ਦਾ ਅਧਿਐਨ। ਸਧਾਰਨ ਮਨੁੱਖ ਦੀ ਗੱਲ ਕੀਤੀ ਗਈ ਹੈ, ਸਟੱਡੀ ਆਫ ਐਵਰੇਜ ਮੈਨ, ਕਿ ਕਿਸ ਤਰ੍ਹਾਂ ਇਹਦੇ ਵਿੱਚ ਜਿਹੜਾ ਅਸੀਂ ਦੇਖਿਆ ਸੀਗਾ ਇਕਨੋਮਿਕ ਸਰਕਲਸ। ਕਿਉਂਕਿ ਐਵਰੇਜ ਮੈਨ ਹਮੇਸ਼ਾ ਕੀ ਸੋਚਦਾ ਹੈ ਕਿ ਇਕਨੋਮਿਕ ਕੰਡੀਸ਼ਨ ਦੇ ਵਿੱਚੋਂ ਕੀ ਲੈਂਦਾ ਹੈ, ਸਿਰਫ ਜਿਹੜੀਆਂ 3 ਬੇਸਿਕ ਫੈਸਿਲਿਟੀਜ਼ ਨੇ ਉਹੀ ਲੈਂਦਾ ਹੈ, ਜਿਹਦੇ ਵਿੱਚੋਂ ਕਿਹੜੀਆਂ ਹੁੰਦੀਆਂ ਨੇ, ਇੱਕ ਤਾਂ ਹੁੰਦੀ ਆਪਣੀ ਫੂਡ, ਸ਼ੈਲਟਰਿੰਗ ਐਂਡ ਕਲੋਥਿੰਗ। ਤਾਂ ਤਿੰਨਾਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਬੇਸਿਕ ਨੀਡਸ ਹੁੰਦੀਆਂ ਨੇ ਉਹ ਕੀ ਕਰਦਾ, ਐਫਰਟਸ ਕਰਦਾ ਹੈ। ਐਫਰਟਸ ਤੋਂ ਬਾਅਦ ਕੀ ਆ, ਉਹਨੂੰ ਜੋ ਹੈ ਮਨੀ ਮਿਲਦੀ ਹੈ, ਤੇ ਮਨੀ ਤੋਂ ਬਾਅਦ ਕੀ ਹੈ, ਉਹ ਮਨੀ ਦੇ ਥਰੂ ਆਪਣੀਆਂ ਜੋ ਵੀ ਡਿਮਾਂਡਸ ਨੇ ਉਹਨਾਂ ਨੂੰ ਸੈਟਿਸਫਾਈ ਕਰਦਾ, ਦੈਨ ਉਹ ਸੈਟਿਸਫੈਕਸ਼ਨ ਨੂੰ ਕੀ ਕਰਦਾ ਹੈ, ਗੇਨ ਕਰਦਾ ਹੈ। ਅੱਗੇ ਸਮਾਜਿਕ ਮਨੁੱਖ ਦਾ ਅਧਿਐਨ, ਜਿਵੇਂ ਕਿ ਅਸੀਂ ਆਪਣੀ ਸੈਕਿੰਡ ਡੈਫੀਨੇਸ਼ਨ ਦੇ ਵਿੱਚ ਦੇਖਿਆ ਸੀਗਾ, ਜਿਹੜੀ ਆਪਣੇ ਮਾਰਸ਼ਲ ਨੇ ਦਿੱਤੀ ਸੀਗੀ, ਉਹਨਾਂ ਨੇ ਬੋਲਿਆ ਸੀਗਾ ਕਿ ਵਿਅਕਤੀਗਤ ਅਤੇ ਸਮਾਜਿਕ ਮਨੁੱਖ ਦਾ ਅਧਿਐਨ। ਜਿਹੜੀ ਆਪਣੀ ਇਕਨੋਮਿਕਸ ਹੈ ਇਹ ਸੋਸ਼ਲ ਮੈਨ ਨਾਲ ਵੀ ਰਿਲੇਟਡ ਹੈ, ਕਿਉਂਕਿ ਇਕਨੋਮਿਕਸ ਦੇ ਵਿੱਚ ਸੁਸਾਇਟੀ ਦੇ ਵਿੱਚ ਜਿੰਨੇ ਵੀ ਪਰਸਨਸ ਨੇ ਉਹਨਾਂ ਦੀ ਇਕਨੋਮਿਕ ਕੰਡੀਸ਼ਨ ਦੇ ਉੱਪਰ ਉਹਨਾਂ ਦਾ ਜਿਹੜਾ ਹੈ ਮੈਂਟਲ ਹੈਲਥ ਐਂਡ ਜਿਹੜਾ ਆਪਣਾ ਸੋਸ਼ਲ ਸਟੇਟਸ ਆ ਉਹ ਡਿਪੈਂਡ ਕਰਦਾ ਹੁੰਦਾ ਹੈ। ਸਮਾਜਿਕ ਮਨੁੱਖ ਦਾ ਅਧਿਐਨ ਦੇ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਕਿ ਆਪਣੀਆਂ ਜੋ ਵੀ ਗਵਰਨਮੈਂਟ ਜੋ ਵੀ ਸਟੈਪਸ ਚੱਕਦੀ ਆ ਆਪਣੀ ਇਕਨੋਮੀ ਨੂੰ ਸਟੇਬਲ ਕਰਨ ਦੇ ਲਈ, ਤਾਂ ਜੋ ਇਕਨੋਮਿਕਸ ਦੇ ਵਿੱਚ ਜਿਹੜਾ ਰਿਚ ਤੇ ਪੂਅਰਸ ਦਾ ਗੈਪ ਹੈ ਉਹਨੂੰ ਮੇਨਟੇਨ ਕੀਤਾ ਜਾ ਸਕੇ, ਕਿ ਕਿਸ ਤਰ੍ਹਾਂ ਜਿਹੜਾ ਪੂਅਰ ਸੈਕਸ਼ਨ ਆ ਉਹਨੂੰ ਜ਼ਿਆਦਾ ਫੈਸਿਲਿਟੀਜ਼ ਦਿੱਤੀਆਂ ਜਾਣ ਰਿਚ ਸੈਕਸ਼ਨ ਦੇ ਨਾਲੋਂ, ਉਹਨਾਂ ਦੇ ਵਿੱਚ ਜਿਹੜਾ ਹੈ ਆਪਣਾ ਇਕੁਐਲਿਟੀ ਲੈ ਕੇ ਆਉਂਦੀ ਜਾਵੇ, ਕਿਸ ਤਰ੍ਹਾਂ ਰਿਚ ਐਂਡ ਅਪਰ ਕਲਾਸ ਨੂੰ ਬੈਲੈਂਸ ਦੇ ਵਿੱਚ ਲੈ ਕੇ ਆਉਂਦਾ ਜਾ ਸਕੇ। ਇਸ ਦੇ ਲਈ ਉਹ ਡਿਫਰੈਂਟ ਜਿਹੜੀਆਂ ਸਰਵਿਸਿਜ਼ ਨੇ, ਪਾਲਿਸੀਜ਼ ਨੇ ਉਹ ਅਡਾਪਟ ਕਰਦੇ ਨੇ, ਜਿਵੇਂ ਕਿ ਫਿਜ਼ੀਕਲ ਐਂਡ ਆਪਣੀ ਮੋਨੇਟਰੀ ਪਾਲਿਸੀਜ਼ ਹੋ ਗਿਆ। ਫਿਰ ਫਿਜ਼ੀਕਲ ਪਾਲਿਸੀ ਦੇ ਥਰੂ ਕੀ ਗਵਰਨਮੈਂਟ ਐਕਸਪੈਂਡੀਚਰਸ ਵਧਾਉਂਦੀ ਆ, ਆਪਣੇ ਪੂਅਰ ਕਲਾਸ ਨੂੰ ਉਹ ਬੇਸਿਕ ਫੈਸਿਲਿਟੀਜ਼ ਦਿੰਦੀ ਆ, ਐਂਡ ਉਸ ਤੋਂ ਬਾਅਦ ਜਿਹੜੀ ਰਿਚ ਕਲਾਸ ਹੈ ਉਹਦੀ ਉਹ ਟੈਕਸਿਸ ਵਗੈਰਾ ਇਨਕਮ ਇਕੱਠੀ ਕਰਦੀ ਹੈ, ਜਿਵੇਂ ਕਿ ਪ੍ਰੋਗਰੈਸਿਵ ਟੈਕਸ ਐਂਡ ਇਨਕਮ ਟੈਕਸਿਸ ਨੂੰ ਇਨਕਰੀਜ਼ ਕਰਦੀ ਹੈ। ਜਦੋਂ ਪ੍ਰੋਗਰੈਸਿਵ ਤੇ ਇਨਕਮ ਟੈਕਸਿਸ ਨੂੰ ਇਨਕਰੀਜ਼ ਕਰਕੇ ਉਹ ਆਪਣੇ ਰੈਵਨਿਊ ਦੇ ਵਿੱਚ ਇਨਕਰੀਜ਼ ਕਰਦੀ ਹੈ, ਤਾਂ ਉਸੇ ਰੈਵਨਿਊ ਨੂੰ ਉਹ ਕਿਸ ਚੀਜ਼ ਦੇ ਲਈ ਯੂਜ਼ ਕਰਦੀ ਆ, ਪੂਅਰ ਕਲਾਸ ਦੇ ਉੱਪਰ ਐਕਸਪੈਂਡੀਚਰ ਕਰਨ ਦੇ, ਤਾਂ ਜੋ ਪੂਅਰ ਕਲਾਸ ਨੂੰ ਬੇਸਿਕ ਫੈਸਿਲਿਟੀਜ਼ ਪ੍ਰੋਵਾਈਡ ਕਰਦੀ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਇਕਨੋਮੀ ਦੇ ਵਿੱਚ ਕੀ ਆ, ਫ੍ਰੀ ਐਜੂਕੇਸ਼ਨ ਸਿਸਟਮਸ ਹੈ ਐਂਡ ਆਪਣੀ ਫ੍ਰੀ ਬੇਸਿਕ ਹੈਲਥ ਫੈਸਿਲਿਟੀਜ਼ ਨੇ, ਤੇ ਆਪਣਾ ਫੂਡ PDS ਹੈ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਰਾਸ਼ਨ ਸ਼ਾਪਸ ਜਿਹਦੇ ਵਿੱਚ ਤੁਸੀਂ ਲੈ ਸਕਦੇ ਹੋ ਕਿ ਆਪਾਂ ਨੂੰ 2 ਰੁਪਏ ਕਿਲੋ ਆਟਾ ਚਾਵਲ ਵਗੈਰਾ ਸਭ ਕੁਝ ਮਿਲਦਾ ਹੈ। ਤੇ ਪੂਅਰ ਕਲਾਸ ਨੂੰ ਹੋਰ ਵੀ ਸਕਾਲਰਸ਼ਿਪਸ ਆ ਗਿਆ ਤੇ ਪੈਨਸ਼ਨਸ ਆ ਗਿਆ, ਇਹ ਸਾਰੀਆਂ ਕਿਸ ਦੇ ਵਿੱਚ ਆਉਂਦੀਆਂ ਨੇ, ਆਪਣੀ ਇਕਨੋਮਿਕਸ ਦੇ ਵਿੱਚ ਆਉਂਦੀਆਂ ਨੇ। ਕਿਉਂਕਿ ਇਕਨੋਮਿਕ ਮੀਨਸ ਐਕਟੀਵਿਟੀਜ਼ ਜੋ ਹੈ, ਇਕਨੋਮਿਕ ਐਕਟੀਵਿਟੀਜ਼ ਧਨ ਨਾਲ ਸੰਬੰਧਿਤ ਕਿਰਿਆਵਾਂ ਨੇ, ਜਿਨ੍ਹਾਂ ਨੂੰ ਕੀਤਾ ਜਾਂਦਾ ਹੈ ਕਿਸ ਚੀਜ਼ ਦੇ ਲਈ ਕੀਤਾ ਜਾਂਦਾ ਹੈ, ਸਿਰਫ ਸਮਾਜਿਕ ਮਨੁੱਖ ਦਾ ਅਧਿਐਨ ਜਾਂ ਸਮਾਜਿਕ ਕਿਰਿਆਵਾਂ ਦੇ ਲਈ ਕੀਤਾ ਜਾਂਦਾ, ਸੋਸ਼ਲ ਮੈਨ ਦੇ ਲਈ ਦਿੱਤਾ ਜਾਂਦਾ। ਤੇ ਇਹਦੇ ਵਿੱਚ ਅਸੀਂ ਹੋਰ ਦੇਖਦੇ ਕਿ ਸਟੱਡੀ ਆਫ ਸੋਸ਼ਲ ਮੈਨ ਮੀਨਸ ਸਮਾਜਿਕ ਮੈਨ, ਆਪਾਂ ਉਹਦੇ ਵਿੱਚ ਕੰਜ਼ਿਊਮਰ ਦੀ ਗੱਲ ਕਰਦੇ ਇਹਦੇ ਵਿੱਚ, ਕਿਉਂਕਿ ਸੁਸਾਇਟੀ ਦੇ ਵਿੱਚ ਦੇਖੋ ਡਿਫਰੈਂਟ ਟਾਈਪਸ ਆਫ ਪਰਸਨਸ ਰਹਿੰਦੇ ਨੇ, ਜਿਵੇਂ ਕਿ ਇਹਦੇ ਵਿੱਚ ਪ੍ਰੋਡਿਊਸਰਸ ਵੀ ਰਹਿੰਦੇ ਨੇ, ਬਿਜ਼ਨਸਮੈਨਸ ਜਿਹਨਾਂ ਨੂੰ ਆਪਾਂ ਬੋਲਦੇ ਹਾਂ, ਐਂਡ ਇਹਦੇ ਵਿੱਚ ਕੀ ਹੈ ਕੰਜ਼ਿਊਮਰਸ ਵੀ ਰਹਿੰਦਾ ਹੈ, ਕਿ ਕਿਸ ਤਰ੍ਹਾਂ ਜਿਹੜੇ ਪ੍ਰੋਡਿਊਸਰਸ ਨੇ ਉਹ ਕੀ ਆ ਵੱਧ ਤੋਂ ਵੱਧ ਜਿਹੜੀ ਇਨਕਮ ਉਹਨੂੰ ਜਨਰੇਟ ਕਰ ਸਕਣ, ਠੀਕ ਹੈ, ਫੈਕਟਰ ਆਫ ਪ੍ਰੋਡਕਸ਼ਨ ਦੇ ਥਰੂ, ਐਂਡ ਵੱਧ ਤੋਂ ਵੱਧ ਪ੍ਰੋਡਕਸ਼ਨ ਕਰ ਸਕਣ, ਐਂਡ ਕਿਸ ਤਰ੍ਹਾਂ ਜਿਹੜੇ ਆਪਣੇ ਕੰਜ਼ਿਊਮਰਸ ਨੇ ਉਹ ਵੱਧ ਤੋਂ ਵੱਧ ਸੈਟਿਸਫਾਈ ਹੋ ਸਕਣ। ਇਸ ਦੇ ਲਈ ਆਪਾਂ ਕੀ ਕਰਦੇ ਹਾਂ, ਜਿਵੇਂ ਕਿ ਯੂਟਿਲਿਟੀ ਵਾਲਾ ਚੈਪਟਰ ਕਰਦੇ ਹਾਂ, ਇਹਦੇ ਵਿੱਚ ਕੀ ਹੋਗਾ ਤੁਹਾਡਾ
ਯੂਟਿਲਿਟੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਕੰਜ਼ਿਊਮਰ ਹੈ ਉਹ ਵੱਖ-ਵੱਖ ਚੀਜ਼ਾਂ ਨੂੰ ਯੂਜ਼ ਕਰਦਾ, ਪਹਿਲਾਂ ਉਹਨਾਂ ਨੂੰ ਮਤਲਬ ਸਭ ਤੋਂ ਜ਼ਿਆਦਾ ਯੂਟਿਲਿਟੀ ਮਿਲਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਯੂਟਿਲਿਟੀ ਹੈ ਇਹ ਘਟਣ ਲੱਗ ਜਾਂਦੀ ਹੈ। ਤੇ ਆਪਾਂ ਆਪਰਚੁਨਿਟੀ ਕਾਸਟ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਇਕਨੋਮਿਕਸ ਦੇ ਵਿੱਚ ਡਿਫਰੈਂਟ ਜਿਹੜੀਆਂ ਹੈ ਆਪਰਚੁਨਿਟੀਜ਼ ਹੁੰਦੀਆਂ ਨੇ। अपॉर्चुनिटी कॉस्ट मतलब जो अपनों बेस्ट फैसिलिटीज मिलती है आप पिछली फैसिलिटी में छड्ड के बेस्ट फैसिलिटी लैने की कोशिश करते हैं। दैन प्रोडक्शन पॉसिबिलिटी कब आ गई कि एक बिजनेसमैन देखता, बिजनेस क्लास देखती है, प्रोड्यूसर्स देखता कि किस तरह मैं अपनी जी प्रोडक्शन है उन्होंने ज़्यादा तो ज़्यादा इनक्रीज कर सका, मेरी एफिशिएंसी इनक्रीज हो सके तो जी मेरी कॉस्ट है वो घट तो घट हो सके। उस तो बाद आर्थिक क्रियावां का अध्ययन स्टडीज ऑफ इकनॉमिक एक्टिविटीज़। स्टडीज ऑफ इकनॉमिक एक्टिविटीज़ के विच वही आता इकनॉमिक्स मीनस धन, एक्टिविटीज़ मीनस क्रियावां, मीनस धन संबंधी क्रियावां कि किस तरह जो अपना मैन है वो अपने आप को बैलेंस के विच रखता है, पर कैपिटा इनकम इनक्रीज करता है, किस तरह वर्क करता है, किस तरह प्रोडक्शन करता है, किस तरह डिस्ट्रीब्यूशन करता है, तो किस तरह कंज्यूमर्स की है अपनी सीमित साधनों वरत के असीमित लोड़ों को पूरा करता है, वध तो वध सैटिस्फैक्शन गेन करता है, तो किस तरह जड़ियाँ आर्थिक क्रियावां ने उन्होंने बैलेंस के विच किया जा सके, किस तरह जी 3 बेसिक फैसिलिटीज़ ने फूड, शैल्टरिंग एंड क्लोथिंग उन्होंने पूरा किया जा सके। तो उस तो बाद है थोड़ा समाजिक विज्ञान ਅਤੇ कला। ਅਸੀਂ ਦੇਖਿਆ ਸੀਗਾ कि सोशल साइंस एंड आर्ट, जिमें कि ਤੁਸੀਂ देखिया ही है कि ਜਿਹੜੀ इकनॉमिक्स है ये आर्ट भी है तो एक साइंस भी है। आर्ट मतलब जो ਸਾਨੂੰ ਦੱਸਦਾ है कि एक्चुअल ਦੇ ਵਿੱਚ रीजनस ਕੀ ਨੇ, ਸਿੱਟਾ ਕੀ है कि है, ठीक है। एक्चुअल ਦੇ ਵਿੱਚ जो साइंस है ਸਾਨੂੰ ਉਹ फीचर्स दसदा है, ऑब्जेक्टिव्स दसदा है कि व्हाट इज दिस, व्हाट इज, व्हाट वाज, व्हाट वर, की सी, की है, की होना चाहिए है। दिस इज अ साइंस। ये नॉर्मेटिव साइंस भी है, ये अपना वास्तविक ते आदर्शात्मक दोनों विज्ञान ने। एंड आर्ट ये सब दसदा व्हाट आउट टू बी कि अगर जे इन्फ्लेशन है, पॉवर्टी है तो ये दिस इज अ साइंस किन्ने परसेंट है, क्यों है, रीजनस। एंड उस तो बाद की होना चाहिए है, ये की सोल्यूशंस ने जिहदे असीं उद्देश्यों की प्राप्ति के लिए डिफरेंट स्टैप्स को फॉलो करते हैं। ये साडा की आ जाता है कि दिस इज अ आर्ट, तो सब बोल सकते हैं कि इकनॉमिक्स इज अ आर्ट। एंड उस तो बाद साडा है आर्थिक नियम। आर्थिक नियमों की गल करिए, इकनॉमिक्स लॉज। इकनॉमिक्स लॉ के की आंदा कि इकनॉमिक्स के डिफरेंट टाइप्स ऑफ लॉ बने होंगे ने, जिमें कि तुसीं देख सकते हो जिनकी प्रोडक्शन सैक्टर्स के विच की है, जो अपने लेबर क्लास है, लेबर क्लास के लिए भी वेजिज सैट की जांदियां ने कि हर एक जिहड़ा अपना पर्सन है, हर एक लेबर है वो वेजिज 300 या 400 तो घट नहीं होनी चाहिए। अगर वो 300-400 तो घट होएगी तब किया लीगली जिहड़े एक्शनस ने इंडस्ट्रीज के अगेंस्ट वो लै सकते हैं। एवें ट्रेड यूनियंस बनिया ने, ट्रेड यूनियंस की करदियां ने अगर भी लेबर जी अपनी लेबर है वो वेजिज अप्स एंड डाउन हो जांदियां ने तो स्ट्राइक कर लेंदियां ने। स्ट्राइक करके अपने जो है ऑब्जेक्टिव्स या उद्देश्य की साड़ी जी है अपनी वेजिज इन्नी इनक्रीज की जाए, इन्नी होनी चाहिए। दैन दिस इज अ लेबर लॉ भी बोल सकते हो इन्हों तुसी। एंड सैकेंड इज द जिमें कि लॉ बनया होंदा है कि छोटे बच्चे ने जिहड़े 18 साल तो घट उम्र के उन्होंने तो आप वर्क नहीं करवा सकते इंडस्ट्रीज के विच। ये सारे इकनॉमिक्स के लॉज ने जिन्हें अपन फॉलो करने पैंदे ने, एक प्रोड्यूसर्स को भी फॉलो करने पैंदे ने। जिमें कि वो कोई भी प्रोडक्शन सेल करता तो प्रॉपर MRP उन्होंने लिखनी पैंदी है, और इंग्रीडिएंट्स लिखने पैंदे ने कि उन्हें यूज़ किया है, प्रॉपर एक्सपायरी डेट लिखनी पैंदी है। तो जिहदे थ्रू ही वो सारी प्रोडक्शन का जिहड़ा है प्रोडक्शन तो लैके सेलिंग तक का प्रोसीजर है वो पूरा करता है, क्योंकि प्रोडक्शन इज़ अ फर्स्ट स्टैप जो किसी भी आप गुड्स एंड सर्विसेज को प्रोड्यूस करना होंदा। उस तो बाद तुहाडा आंदा ब्रांडिंग, लेबलिंग्स, ठीक है। एंड फिर ट्रेड की जाती है, वो होलसेल ट्रेड की जाती है, रिटेल सेल की जाती है। तो ये असीं प्राइसिस कितनियां रखनियां ने, प्राइसिस वध ना रखिए अपनी प्रोडक्शन दियां, या फिर जी अपनी कंज्यूमर है कंज्यूमर की एक्सप्लॉयटेशन ना हो, वो भी की करता कंज्यूमर प्रोटैक्शन एक्ट है जिहड़ा वो भी अपनी इकनॉमिक्स के विच दस्सिया गया है। क्योंकि प्रोडक्शन तो बाद कंज्यूमर इज अ सैकेंड सैक्टर्स जिन्हें प्रोडक्शन को की करना है, बाय करना है, बाय करके उन्होंने इन्हू यूज़ करना है। तब अगर कंज्यूमर्स की किसी भी तरह की एक्सप्लॉयटेशन हो रही है तब वो केस फाइल कर सकता प्रोड्यूसर्स के अगेंस्ट। तब ये लिए कहते 5 राइट्स ने जिहड़े कंज्यूमर्स को है, 5 राइट टू बी इनफॉर्म, राइट टू बी सीक रिड्रेसल्स, राइट टू बी नॉलेज,
कि वो प्रॉपर अपने प्रोड्यूसर्स ਨੂੰ ਪੁੱਛ ਸਕਦਾ ਹੈ ਕਿ ਇਹਦੀ ਐਕਸਪਾਇਰੀ ਡੇਟ ਕੀ ਹੈ, ਇੰਗਰੀਡੀਐਂਟਸ ਕੀ ਨੇ, ਇਹਦੇ ਕੀ ਆਪਾਂ ਨੂੰ ਬੈਨੀਫਿਟਸ ਨੇ। ਤਾਂ ਜਿਹੜੇ ਪ੍ਰੋਡਿਊਸਰਸ ਨੇ ਨਾਰਮਲੀ ਹੁਣ ਕੀ ਕਰਦੇ ਨੇ, ਆਪਣੀ ਸੇਲਸ ਨੂੰ ਇਨਕਰੀਜ਼ ਕਰਨ ਦੇ ਲਈ ਡਿਫਰੈਂਟ ਵੇਜ਼ ਯੂਜ਼ ਕਰਦੇ ਨੇ। ਲਾਈਕ ਉਹ ਕੀ ਕਰਦੇ ਨੇ, ਆਪਣੀ ਐਡਸ ਦਿੰਦੇ ਨੇ, ਪੰਪਲੇਟਸ ਯੂਜ਼ ਕਰਦੇ ਨੇ, ਠੀਕ ਹੈ, ਟ੍ਰੇਡਿੰਗ ਦੇ ਲਈ, ਤੇ ਆਪਣੀ ਕੰਪਨਸੇਸ਼ਨਸ ਦਿੰਦੇ ਨੇ, ਤੇ ਐਡਸ ਦੇ ਥਰੂ ਕੀ ਕਰਦੇ ਨੇ, ਕੰਜ਼ਿਊਮਰ ਦੀ ਐਕਸਪਲੋਇਟੇਸ਼ਨਸ ਵੀ ਕਰਦੇ ਨੇ। ਗਲਤ ਅਫਵਾਹ ਫੈਲਾ ਕੇ ਆਪਣੇ ਪ੍ਰੋਡਕਟਸ ਬਾਰੇ ਜਦੋਂ ਕੰਜ਼ਿਊਮਰ ਨੂੰ ਬਾਏ ਕਰਦਾ ਤਾਂ ਉਹਨੂੰ ਰਿਜ਼ਲਟਸ ਪੂਰੇ ਉਹ ਨਹੀਂ ਮਿਲਦੇ। ਦੈਨ ਉਹ ਕੀ ਆ, ਕੰਜ਼ਿਊਮਰਸ ਐਕਸਪਲੋਇਟੇਸ਼ਨਸ ਜਦੋਂ ਹੁੰਦੀ ਹੈ ਤਾਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟਸ ਦੇ ਵਿੱਚ ਕਹਿੰਦੇ ਡਿਸਟ੍ਰਿਕਟਸ ਲੈਵਲ ਤੇ, ਲੋਕਲ ਲੈਵਲ ਤੇ ਸਟੇਟ ਲੈਵਲ ਤੇ ਆਪਾਂ ਜਿਹੜੇ ਕੇਸ ਨੇ ਉਹ ਫਾਈਲ ਕਰ ਸਕਦੇ ਹਾਂ। ਤੇ ਇਕਨੋਮਿਕਸ ਲਾਅ ਦੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਦੇ ਲਾਅ ਬਣੇ ਨੇ, ਜਿਵੇਂ ਕਿ ਇਹਦੇ ਵਿੱਚ ਡਿਫਰੈਂਟ ਪਾਲਿਸੀਜ਼ ਬਣੀਆਂ ਨੇ, ਗਵਰਨਮੈਂਟ ਲਾਅ ਬਣੇ ਨੇ, ਲਾਅ ਜਿਵੇਂ ਕਿ ਫਿਜ਼ੀਕਲ ਮੋਨੇਟਰੀ ਪਾਲਿਸੀ ਆ ਗਿਆ, ਆਪਣਾ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਟੈਰਿਫ ਬੈਰੀਅਰਸ ਆ ਗਿਆ, ਐਕਸਪੋਰਟ ਇੰਪੋਰਟ ਕੋਟਾ ਆ ਗਿਆ। ਐਂਡ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਨੇ ਕੋਈ ਵੀ ਇੰਡਸਟਰੀਅਲ ਡਿਵੈਲਪਮੈਂਟ ਦੇ ਵਿੱਚ ਪਾਰਟ ਲੈਣਾ ਹੈ, ਮੀਨਸ ਇੰਡਸਟਰੀ ਸੈਟਅਪ ਕਰਨੀ ਆ, ਤਾਂ ਵੀ ਆਪਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ, ਲਾਇਸੈਂਸ ਲੈਣਾ ਪੈਂਦਾ ਹੈ, ਠੀਕ ਹੈ। ਤਦ ਆਪਾਂ ਉਸ ਤੋਂ ਇਹਨਾਂ ਲਾਅਸ ਨੂੰ ਫੋਲੋ ਕਰਕੇ ਹੀ ਬਾਅਦ ਦੇ ਵਿੱਚ ਆਪਣਾ ਜੋ ਵੀ ਹੈ ਇਕਨੋਮਿਕ ਐਕਟੀਵਿਟੀਜ਼ ਨੂੰ ਕਰ ਸਕਦੇ ਹਾਂ। ਤਾਂ ਜਿਹੜੀ ਇਕਨੋਮਿਕਸ ਹੈ ਸਾਡਾ, ਇਹਦਾ ਸਕੋਪ ਛੋਟਾ ਨਹੀਂ ਹੈ, ਬਹੁਤ ਸਾਰਾ ਹੈ। ਇਕਨੋਮਿਕਸ ਦੇ ਵਿੱਚ ਆਪਾਂ ਇਕੋਨਮੀ ਦੇ ਵਿੱਚ ਆਪਾਂ ਕੀ ਕਰਦੇ ਹਾਂ, ਡਿਫਰੈਂਟ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪੜ੍ਹਦੇ ਹਾਂ। ਇਕਨੋਮਿਕਸ ਹੈ ਜਿਹੜੀ ਉਹ ਸਿਰਫ ਆਰਥਿਕ ਕ੍ਰਿਆਵਾਂ ਜਿਹੜੀਆਂ ਮਨੁੱਖ ਨਾਲ ਸੰਬੰਧਿਤ ਨੇ ਤੇ ਸਮਾਜ ਨਾਲ ਸੰਬੰਧਿਤ ਨੇ ਉਹਨਾਂ ਦਾ ਅਧਿਐਨ ਕਰਦੇ ਹਾਂ। ਜਦਕਿ ਜਿਹੜੀ ਸਾਡੀ ਇਕੋਨਮੀ ਹੈ ਇਹਦੇ ਵਿੱਚ ਆਪਾਂ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜੀ ਆਪਣੀ ਇਨਕਮ ਫਰੋਮ ਅਬਰੋਡ ਆ ਉਹ ਵੀ ਨੈਸ਼ਨਲ ਇਨਕਮ ਦੇ ਵਿੱਚ ਕੀ ਹੈ, ਜਨਰੇਟ ਹੁੰਦੀ ਹੈ। ਸਾਡੀ ਜਿਹੜੀ ਇਕੋਨਮੀ ਹੈ ਇਹਨੂੰ ਅਫੈਕਟ ਕਰਦੀ ਆ। ਇਹਦੇ ਵਿੱਚ ਆਪਾਂ ਕੀ ਗੱਲ ਕਰ ਸਕਦੇ ਹਾਂ, ਇਹਦੇ ਵਿੱਚ ਆਪਾਂ ਟ੍ਰੇਡ ਸਾਈਕਲਸ ਦੀ ਗੱਲ ਕਰਦੇ ਹਾਂ। ਜੋ ਆਪਣੀ ਇਕੋਨਮੀ ਦੇ ਵਿੱਚ ਡਿਫਰੈਂਟ ਟ੍ਰੇਡ ਸਾਈਕਲਸ ਆਉਂਦੇ ਨੇ, ਜਿਹਦੇ ਥਰੂ ਵੀ ਸਾਡੀ ਇਕਨੋਮਿਕਸ ਐਕਟੀਵਿਟੀਜ਼ 'ਤੇ ਅਫੈਕਟ ਪੈਂਦਾ, ਜਿਵੇਂ ਕਿ 4 ਟ੍ਰੇਡ ਸਾਈਕਲਸ ਦੇ ਪਾਰਟਸ ਨੇ, 4 ਫੇਸਿਸ ਨੇ, ਜਿਹਦੇ ਵਿੱਚ ਆਪਾਂ ਕੀ ਗੱਲ ਕਰਦੇ ਹਾਂ, ਜਿਵੇਂ ਕਿ ਬੂਮ, ਰਿਸੈਸ਼ਨ, ਰਿਕਵਰੀ, ਡਿਪਰੈਸ਼ਨ, ਠੀਕ ਹੈ। ਬੂਮ ਦੇ ਵਿੱਚ ਪ੍ਰਾਈਸਿਸ ਦਾ ਬਹੁਤ ਜ਼ਿਆਦਾ ਵੱਧ ਜਾਣਾ, ਰਿਸੈਸ਼ਨ ਦੇ ਵਿੱਚ ਪ੍ਰਾਈਸਿਸ ਦਾ ਬਹੁਤ ਜ਼ਿਆਦਾ ਘੱਟ ਜਾਣਾ, ਤੇ ਉਸ ਤੋਂ ਬਾਅਦ ਰਿਕਵਰੀ ਦੇ ਵਿੱਚ ਥੋੜਾ ਪ੍ਰਾਈਸਿਸ ਦਾ ਵਧਣਾ। ਤੇ ਇਸ ਤਰ੍ਹਾਂ ਜਿਹੜਾ ਆਪਣਾ ਇਹ 4 ਫੇਸਿਸ ਨੇ ਇਹ ਟਾਈਮ ਟੂ ਟਾਈਮ ਆਉਂਦੇ ਹੀ ਰਹਿੰਦੇ ਨੇ। ਇਹਨਾਂ ਨੂੰ ਸਟੇਬਲ ਕਰਨ ਦੇ ਲਈ ਗਵਰਨਮੈਂਟਸ ਨੇ ਜਿਹੜੇ ਐਕਸ਼ਨ ਲੈਂਦੇ ਨੇ ਮੋਨੇਟਰੀ ਐਂਡ ਫਿਜ਼ੀਕਲ ਪਾਲਿਸੀ ਦੇ। ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਆਪਣੀ ਕੰਟਰੀ ਹੈ ਇਹ ਡਿਫਰੈਂਟ ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਨਾਲ ਐਕਸਪੋਰਟ ਇੰਪੋਰਟ ਕਰਕੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਪਾਰਟ ਲੈਂਦੀ ਹੈ, ਜਿਹਦੇ ਥਰੂ ਵਿੱਚ ਆਪਾਂ BOP ਦੇਖਦੇ ਹਾਂ, ਬੈਲੈਂਸ ਆਫ ਪੇਮੈਂਟਸ ਦੇਖਦੇ ਹਾਂ, ਬੈਲੈਂਸ ਆਫ ਟ੍ਰੇਡ ਦੇਖਦੇ ਹਾਂ। ਬੈਲੈਂਸ ਆਫ ਟ੍ਰੇਡ ਦੇ ਵਿੱਚ ਆਪਾਂ ਕੀ ਕਰਦੇ ਹਾਂ, ਬੈਲੈਂਸ ਆਫ ਪੇਮੈਂਟਸ ਦੇ ਵਿੱਚ ਆਪਾਂ 3 ਟਾਈਪਸ ਆਫ ਪੇਮੈਂਟਸ ਲੈਂਦੇ ਹਾਂ, ਜਿਹਦੇ ਵਿੱਚ ਆਪਾਂ ਡਾਇਰੈਕਟ, ਇਨਡਾਇਰੈਕਟ, ਜਿਹਦੇ ਵਿੱਚ ਆਪਾਂ ਗੁੱਡਸ ਐਂਡ ਸਰਵਿਸਿਜ਼ ਦੀ ਗੱਲ ਕਰਦੇ ਹਾਂ ਤੇ ਕੈਪੀਟਲ ਦੀ ਗੱਲ ਕਰਦੇ ਹਾਂ। ਤੇ BOP ਬੈਲੈਂਸ ਆਫ ਟ੍ਰੇਡ ਦੇ ਵਿੱਚ ਆਪਾਂ ਗੁੱਡਸ ਐਂਡ ਸਿਰਫ ਭੌਤਿਕ ਵਸਤੂਆਂ ਜਿਹਦੇ ਵਿੱਚ ਐਕਸਪੋਰਟ ਐਂਡ ਇੰਪੋਰਟ ਦੀ ਗੱਲ ਕਰਦੇ ਹਾਂ। ਤੇ ਬੈਲੈਂਸ ਆਫ ਟ੍ਰੇਡ ਆ ਜਿਹੜਾ ਉਹਦਾ ਵੀ ਇਕੋਨਮੀ 'ਤੇ ਸਾਡਾ ਇਫੈਕਟ ਪੈਂਦਾ ਹੈ। ਜਦੋਂ BOP ਬੈਲੈਂਸ ਦੇ ਵਿੱਚ ਹੁੰਦੀ ਹੈ ਤਦ ਤੱਕ ਆਪਣੀਆਂ ਜਿਹੜੀਆਂ ਇਕੋਨਮੀ ਦੀਆਂ ਲੈਣਦਾਰੀਆਂ ਤੇ ਦੇਣਦਾਰੀਆਂ ਮੀਨਸ ਹੁੰਦੀਆਂ ਨੇ, ਇਕੁਅਲ ਹੁੰਦੀਆਂ ਨੇ, ਆਪਾਂ ਖਰਚਾਈ ਨਹੀਂ ਹੁੰਦੇ। ਲੇਕਿਨ ਇੱਕ ਇਕੋਨਮੀ ਦੇ ਵਿੱਚ ਜਦੋਂ ਕੀ ਆ BOP ਦੇ ਵਿੱਚ ਆਪਣੀਆਂ ਡਿਸਇਕੁਲਿਬਰੀਅਮ ਹੁੰਦਾ ਹੈ, ਮੀਨਸ ਐਕਸਪੋਰਟ ਗ੍ਰੇਟਰ ਦੈਨ ਇੰਪੋਰਟ ਹੁੰਦਾ ਹੈ, ਤਾਂ ਆਪਾਂ ਫੇਵਰਲ ਹੁੰਦਾ, BOP ਫੇਵਰਲ ਦੇ ਵਿੱਚ ਹੋਏਗਾ। ਮਤਲਬ ਆਪਾਂ ਨੇ ਬਾਹਰਲੇ ਕੰਟਰੀਜ਼ ਤੋਂ ਜ਼ਿਆਦਾ ਪੈਸਾ ਲੈਣਾ ਹੈ ਤੇ ਉਹਨਾਂ ਨੂੰ ਘੱਟ ਪੇਮੈਂਟਸ ਕਰਨੀਆਂ ਨੇ, ਕਿਉਂਕਿ ਸਾਡੇ ਐਕਸਪੋਰਟਸ ਕਿਵੇਂ ਜ਼ਿਆਦਾ ਹੋ ਰਹੇ ਨੇ ਤੇ ਇੰਪੋਰਟ ਸਾਡੇ ਘੱਟ ਨੇ। ਤਾਂ ਆਪਣੀ ਜਿਹੜੀ ਇਕੋਨਮੀ ਆ ਆਪਣੀ ਫੇਵਰ ਦੇ ਵਿੱਚ ਹੋਏਗੀ, BOP ਫੇਵਰ ਦੇ ਵਿੱਚ ਹੋਏਗਾ ਇਕੋਨਮੀ ਦੇ ਲਈ, ਨੈਸ਼ਨਲ ਇਨਕਮ ਇਨਕਰੀਜ਼ ਹੋਏਗੀ। ਲੇਕਿਨ ਇਸ ਤੋਂ ਉਲਟ ਜੇਕਰ BOP ਹੈ ਜਿਹੜਾ ਆਪਣਾ ਅਨਫੇਵਰਲ ਹੈ, ਜਿਹਦੇ ਵਿੱਚ ਅਸੀਂ ਆਪਾਂ ਦੇਖਦੇ ਹਾਂ ਕਿ ਆਪਣੀ ਜਿਹੜੀਆਂ ਇੰਪੋਰਟ ਨੇ ਇਨਕਰੀਜ਼ ਹੋ ਜਾਂਦੇ ਨੇ ਲੇਕਿਨ ਐਕਸਪੋਰਟ ਨੇ ਜਿਹੜੇ ਉਹ ਡਿਕਰੀਜ਼ ਹੋ ਜਾਂਦੇ ਨੇ, ਉਸ ਟਾਈਮਸ ਅਨਫੇਵਰਲ ਬੈਲੈਂਸ ਆਫ ਪੇਮੈਂਟਸ ਹੁੰਦਾ, ਜਿਹਦਾ ਸਾਡੀ ਇਕੋਨਮੀ ਤੇ ਕੀ ਹੁੰਦਾ ਹੈ, ਬੈਡ ਇਫੈਕਟ ਪੈਂਦਾ ਹੈ, ਜਿਹਦੇ ਨਾਲ ਸਾਡੀ ਇਕੋਨਮੀ ਕੀ ਚਲੀ ਜਾਂਦੀ ਹੈ, ਬੈਕਵਰਡ ਚਲੀ ਜਾਂਦੀ ਆ। ਸਾਨੂੰ ਕਈ ਵਾਰ ਇਹ ਜਿਹੜੇ ਆਪਣਾ ਹੈ ਨਿਊ ਕਰੰਸੀ ਛਾਪ ਕੇ ਜਾਂ ਗੋਲਡ ਦੇ ਰੂਪ ਦੇ ਵਿੱਚ ਇਹਨਾਂ ਦੀ ਪੂਰਤੀ ਕਰਨੀ ਪੈਂਦੀ ਆ ਫੋਰਨ ਕੰਟਰੀਜ਼। ਤੇ ਉਸ ਤੋਂ ਬਾਅਦ ਸਾਡੀ ਇਕੋਨਮੀ ਦੇ ਵਿੱਚ ਮੇਨ ਰੋਲ ਕਿਸ ਚੀਜ਼ ਦਾ ਹੈ, ਇਕਨੋਮਿਕਸ ਦੀ ਅਸੀਂ ਗੱਲ ਕਰ ਰਹੇ ਹਾਂ। ਇਹਦੇ ਵਿੱਚ ਹੈ IMF ਇੰਟਰਨੈਸ਼ਨਲ ਮੋਨੇਟਰੀ ਫੰਡ, ਠੀਕ ਹੈ, WTO ਵਰਲਡ ਟ੍ਰੇਡ ਆਰਗੇਨਾਈਜੇਸ਼ਨਸ, ਜਿਹਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਡਿਫਰੈਂਟ ਕੰਟਰੀਜ਼ ਦੇ ਨਾਲ ਆਪਣੀ ਵਰਕ ਕਰਦੇ ਹਾਂ, ਟ੍ਰੇਡ ਕਰਦੇ ਹਾਂ। ਐਂਡ ਉਸ ਤੋਂ ਬਾਅਦ ਹੈ IMF ਇੰਟਰਨੈਸ਼ਨਲ ਮੋਨੇਟਰੀ ਫੰਡ, ਜਿਹਦੇ ਥਰੂ ਆਪਾਂ ਕੀ ਕਰਦੇ ਹਾਂ, ਕਿਸੇ ਵੀ ਟਾਈਮ ਜਦੋਂ ਸਾਡੀ ਕੰਟਰੀ ਨੂੰ ਪੈਸੇ ਦੀ ਲੋੜ ਹੈ
ਇੰਡਸਟਰੀਅਲ ਸੈਟਅਪ ਦੇ ਲਈ ਜਾਂ ਫੋਰਨ ਤੋਂ ਗੁੱਡਸ ਵਗੈਰਾ ਮੰਗਵਾਉਣ ਦੇ ਲਈ ਜਾਂ ਆਪਣੀ ਨਿਊ ਜੋ ਹੈ ਇਨੋਵੇਸ਼ਨਸ ਦੇ ਲਈ, ਤਾਂ ਆਪਾਂ ਲੋਨ ਤੇ ਪੈਸਾ ਲੈ ਸਕਦੇ ਹਾਂ। ਤੇ ਵਰਲਡ ਬੈਂਕ ਹੋ ਗਿਆ ਜਿਹੜਾ ਸਾਨੂੰ, ਉਹ ਵੀ ਕੀ ਆਪਣਾ ਲੋਨ ਤੇ ਪੈਸਾ ਦੇ ਸਕਦਾ ਹੈ। ਇਸ ਤਰ੍ਹਾਂ ਦੀ ਸਾਡੀ ਇਕਨੋਮਿਕਸ ਹੈ ਉਹ ਡਿਫਰੈਂਟ ਸਿਚੁਏਸ਼ਨਸ ਨੇ ਜਿਹੜੀਆਂ ਉਹਦੇ ਵਿੱਚ ਇਕਨੋਮਿਕਸ ਦੇ ਵਿੱਚ ਪੜ੍ਹੀਆਂ ਜਾਂਦੀਆਂ। ਤਦ ਅਸੀਂ ਅੱਜ ਦੇਖਿਆ ਕਿ ਇਕਨੋਮਿਕਸ ਹੈ ਕੀ। ਦੈਨ ਅਰਥ ਸ਼ਾਸਤਰ ਸਿਰਫ ਜੋ ਮਨੁੱਖ ਨਾਲ ਦੀਆਂ ਧਨ ਸੰਬੰਧੀ ਕਿਰਿਆਵਾਂ ਦਾ ਅਧਿਐਨ ਇਹਦੇ ਵਿੱਚ ਕੀਤਾ ਜਾਂਦਾ ਹੈ। ਜੋ ਆਰਥਿਕ ਕਿਰਿਆਵਾਂ ਨੇ ਮਨੁੱਖ ਦੀਆਂ, ਜੋ ਆਰਥਿਕ ਖੁਸ਼ਹਾਲੀ ਦੇ ਲਈ ਕਰਦਾ ਹੈ। ਪੈਸੇ ਨੂੰ ਇਕੱਠੇ ਕਰਕੇ ਮਨੁੱਖ ਜੋ ਵੀ ਐਕਟੀਵਿਟੀਜ਼ ਕਰਦਾ ਹੈ ਪੈਸੇ ਨੂੰ ਇਕੱਠਾ ਕਰਨ ਦੇ ਲਈ, ਤੇ ਉਸੇ ਪੈਸੇ ਨੂੰ ਯੂਜ਼ ਕਰਦਾ ਆਪਣੀਆਂ ਡਿਮਾਂਡਸ ਨੂੰ ਪੂਰਾ ਕਰਨ ਦੇ ਲਈ। ਮਤਲਬ ਸੀਮਿਤ ਸਾਧਨਾਂ ਦੇ ਨਾਲ ਅਸੀਮਿਤ ਸਾਧਨਾਂ ਨੂੰ ਕਿਸ ਤਰ੍ਹਾਂ ਪੂਰਾ ਕਰੇ ਜਿਸ ਨਾਲ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਮਿਲ ਸਕੇ। ਇਸ ਦੇ ਵਿੱਚ ਸਾਡੀ ਇਕਨੋਮਿਕ ਕੰਡੀਸ਼ਨ ਆਉਂਦੀ ਹੈ, ਇੱਕ ਪਰਸਨ ਦੀ ਇਕਨੋਮਿਕ ਕੰਡੀਸ਼ਨ ਵੀ ਕੀ ਹੈ, ਉਹਦੇ ਕੋਲ ਪੈਸਾ ਕਿੰਨਾ ਹੈ, ਤੇ ਇਕਨੋਮਿਕ ਕੰਡੀਸ਼ਨਸ ਦੇ ਵਿੱਚ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਵੱਧ ਤੋਂ ਵੱਧ ਸੈਟੀਸਫਾਈ ਕਰ ਸਕਦਾ ਹੈ, ਕਿ ਕਿੰਨਾ ਪੈਸਾ ਹੈ, ਕਿੱਥੋਂ ਆ ਰਿਹਾ ਹੈ, ਤੇ ਕਿਸ ਤਰ੍ਹਾਂ ਉਹ ਡਿਫਰੈਂਟ ਜਿਹੜੀਆਂ ਟਾਈਪਸ ਆਫ ਗੁੱਡਸ ਨੇ ਉਹਨਾਂ ਤੇ ਖਰਚ ਨਾ ਕਰਕੇ ਉਹਨਾਂ ਦੇ ਵਿੱਚੋਂ ਕੁਝ ਗੁੱਡਸ ਨੂੰ ਚੂਜ਼ ਕਰਕੇ ਉਹਨਾਂ ਨੂੰ ਯੂਜ਼ ਕਰਕੇ ਆਪਣੇ ਆਪ ਨੂੰ ਵੱਧ ਤੋਂ ਵੱਧ ਕੀ ਆ ਸੈਟੀਸਫਾਈ ਕਰੇ। ਤੇ ਅਰਥ ਵਿਵਸਥਾ ਤੁਹਾਨੂੰ ਦੱਸਿਆ ਕਿ ਹਰ ਇੱਕ ਜੋ ਇਕਨੋਮੀ ਹੈ ਉਹ ਆਪਣੀ ਜੋ ਹੈ ਇੰਡੀਵਿਜੂਅਲਸ ਨੇ ਸਾਰੇ ਉਹਨਾਂ ਤੇ ਡਿਪੈਂਡ ਕਰਦੀ ਹੈ ਕਿ ਕਿਸ ਤਰ੍ਹਾਂ ਸਾਡੀ ਇਕਨੋਮੀ ਦੀ ਸਿਚੁਏਸ਼ਨ ਹੈ, ਸਟੇਬਲਾਈਜੇਸ਼ਨ ਹੈ, ਰਿਚ ਐਂਡ ਪੂਅਰਸ ਦੇ ਵਿੱਚ ਇਕੁਐਲਿਟੀ ਹੈ ਜਾਂ ਡਿਸਇਕੁਐਲਿਟੀ ਹੈ। ਇਕਨੋਮੀ ਆਪਣੀ ਗਰੋਥ ਦੇ ਵਿੱਚ ਹੋ ਰਹੀ ਹੈ। ਇਕਨੋਮੀ ਆਪਣੀ ਗਰੋਥ ਐਂਡ ਡਿਵੈਲਪਮੈਂਟ ਤੇ ਡਿਪੈਂਡ ਕਰਦੀ ਹੈ ਕਿ ਸਾਡੀ ਇਕਨੋਮੀ ਕਿੰਨੀ ਗਰੋ ਹੋ ਰਹੀ ਹੈ, ਸਾਡੀ ਇਕਨੋਮੀ ਦੀ ਕਿੰਨੀ ਡਿਵੈਲਪਮੈਂਟ ਹੋ ਰਹੀ ਹੈ। ਗਰੋਥ ਇਜ਼ ਅ ਪਾਰਟ ਆਫ ਡਿਵੈਲਪਮੈਂਟ। ਗਰੋਥ ਦੇ ਵਿੱਚ ਅਸੀਂ ਦੇਖਦੇ ਹਾਂ, ਅਸੀਂ ਕਹਿ ਸਕਦੇ ਕਿ ਸਾਡੀ ਇਕਨੋਮੀ ਗਰੋ ਕਰ ਰਹੀ ਹੈ। ਗਰੋ ਕਰ ਰਹੀ ਹੈ ਮਤਲਬ ਜਿਵੇਂ ਕਿ ਇੱਕ ਪਾਰਟਸ ਲੈ ਲਈਏ, ਜਿਵੇਂ ਕਿ ਲਿਖਿਆ ਹੈ ਇੱਥੇ ਕਿ ਉਤਪਾਦਨ ਅਤੇ ਖਪਤ ਦੀਆਂ ਗਤੀਵਿਧੀਆਂ ਦੀ ਇੱਕ ਪ੍ਰਣਾਲੀ ਹੈ। ਉਤਪਾਦਨ ਦੀ ਗੱਲ ਕੀਤੀ ਗਈ ਹੈ, ਇਹਦੇ ਵਿੱਚ ਗੁੱਡਸ ਦੀ ਗੱਲ ਕੀਤੀ ਕਿ ਗੁੱਡਸ ਦੀ ਟੋਟਲ ਪ੍ਰੋਡਕਸ਼ਨ ਕਿੰਨੀ ਹੋ ਰਹੀ ਹੈ ਤੇ ਉਹਨਾਂ ਦੀ ਖਪਤ ਡਿਸਟ੍ਰੀਬਿਊਸ਼ਨ ਕੰਜ਼ਿਊਮਿੰਗ ਉਹਨਾਂ ਦੀ ਕਿੰਨੀ ਹੋ ਰਹੀ ਹੈ। ਤਾਂ ਅਗਰ ਅਸੀਂ ਇੱਕ ਚੀਜ਼ ਦੀ ਗੱਲ ਕਰੀਏ, ਸਿਰਫ ਆਪਾਂ ਗਰੋਥ ਦੀ ਗੱਲ ਕਰੀਏ ਤਾਂ ਗਰੋਥ ਦੇ ਵਿੱਚ ਸਿਰਫ ਇੱਕ ਪਾਰਟ ਦੀ ਗੱਲ ਕੀਤੀ ਗਈ ਹੈ ਕਿ ਸਾਡੀ ਜਿਹੜੀ ਇਕਨੋਮੀ ਹੈ ਸਿਰਫ ਇਕਨੋਮਿਕਲੀ ਗਰੋ ਹੋ ਰਹੀ ਹੈ, ਉਸ ਦੇ ਵਿੱਚ ਉਤਪਾਦਨ ਜ਼ਿਆਦਾ ਹੋ ਰਿਹਾ, ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ। ਮੀਨਸ ਵੈਲਿਊ ਐਡਡ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ, ਮੀਨਸ ਪਰ ਕੈਪੀਟਲ ਇਨਕਮ ਇਨਕਰੀਜ਼ ਹੋ ਰਹੀ ਹੈ। ਤਦ ਪਰ ਕੈਪੀਟਲ ਇਨਕਮ ਇਨਕਰੀਜ਼ ਹੋ ਰਹੀ ਹੈ, ਦਿਸ ਇਜ਼ ਅ ਪਾਰਟ ਆਫ ਗਰੋਥ। ਕਿ ਆਪਾਂ ਬੋਲ ਸਕਦੇ ਕਿ ਸਾਡੀ ਇਕਨੋਮੀ ਦੇ ਵਿੱਚ ਪਰ ਕੈਪੀਟਲ ਇਨਕਮ ਗਰੋ ਕਰ ਰਹੀ ਹੈ। ਐਂਡ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਸਾਡੀ ਇਕਨੋਮੀ ਦੇ ਵਿੱਚ ਆਲ ਓਵਰ ਡਿਵੈਲਪਮੈਂਟ ਦੀ ਗੱਲ ਕੀਤੀ ਜਾਂਦੀ ਹੈ। ਦੈਨ ਡਿਵੈਲਪਮੈਂਟ ਇਜ਼ ਅ ਲਾਰਜ ਟਰਮ ਐਂਡ ਗਰੋਥ ਇਜ਼ ਅ ਨੈਰੋ ਟਰਮ। ਗਰੋਥ ਇਜ਼ ਅ ਪਾਰਟ ਆਫ ਡਿਵੈਲਪਮੈਂਟ। ਡਿਵੈਲਪਮੈਂਟ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਇਕਨੋਮੀ ਹੈ ਇਕਨੋਮਿਕਲੀ ਵੀ ਡਿਵੈਲਪ ਹੋ ਰਹੀ ਹੈ, ਤੇ ਐਜੂਕੇਸ਼ਨ ਸਿਸਟਮ ਵੀ ਇਨਕਰੀਜ਼ ਹੋ ਰਿਹਾ ਹੈ, ਹੈਲਥ ਫੈਸਿਲਿਟੀਜ਼ ਨੇ ਉਹ ਵੀ ਅੱਛੀਆਂ ਨੇ, ਹੈਲਥ ਫੈਸਿਲਿਟੀਜ਼ ਵਿੱਚ ਉਹ ਵੀ ਇਨਫੈਂਟ ਮੋਰਟੈਲਿਟੀ ਰੇਟ ਘਟ ਰਿਹਾ ਹੈ, ਲਿਟਰੇਸੀ ਰੇਟ ਘਟ ਰਿਹਾ ਹੈ, ਠੀਕ ਹੈ। ਤੇ ਉਹ ਰਿਚ ਐਂਡ ਪੂਅਰਸ ਦੇ ਵਿੱਚ ਸਟੇਬਿਲਿਟੀ ਹੈ। ਮੀਨਸ ਆਲ ਐਫਰਟਸ ਜਿਹੜੇ ਸਾਰੇ ਇਫੈਕਟਸ ਨੇ, HDI ਹੈ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ, ਜਿਹਦੇ ਵਿੱਚ ਹਿਊਮਨਸ ਦੀ ਜਜਮੈਂਟ ਕੀਤੀ ਜਾ ਰਹੀ ਹੈ ਕਿ ਹਿਊਮਨਸ ਦਾ ਰੈਂਕ ਕੀ ਹੈ, ਤੇ ਕਿ ਲਾਈਫ ਐਕਸਪੈਕਟੈਂਸੀ ਹੈ ਕਿ ਕਿੰਨੇ ਟਾਈਮ ਤੱਕ ਜਿਹੜਾ ਇੱਕ ਮਨੁੱਖ ਹੈ ਉਹ ਜਿੰਦਾ ਰਹਿ ਸਕਦਾ ਹੈ। ਸਾਰੇ ਜਿਹੜੀਆਂ ਟਰਮਸ ਨੇ ਜਦੋਂ ਉਹਨਾਂ ਦੀ ਗੱਲ ਕੀਤੀ ਜਾਂਦੀ, ਦਿਸ ਇਜ਼ ਅ ਪਾਰਟ ਆਫ ਡਿਵੈਲਪਮੈਂਟ। ਤਾਂ ਜਿਹੜੀ ਸਾਡੀ ਇਕਨੋਮੀ ਹੈ ਗਰੋਥ ਐਂਡ ਡਿਵੈਲਪਮੈਂਟ ਦੋਨਾਂ ਤੇ ਡਿਪੈਂਡ ਕਰਦੀ ਹੈ। ਅਗਰ ਸਾਡੀ ਇਕਨੋਮੀ ਡਿਵੈਲਪ ਹੋਏਗੀ ਦੈਨ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਜਿਹੜੇ ਆਸਪੈਕਟਸ ਨੇ ਉਹਨਾਂ ਦੇ ਵਿੱਚ ਸਾਡੀ ਜਿਹੜੀ ਇਕਨੋਮੀ ਉਹ ਕੀ ਹੋ ਰਹੀ ਹੈ, ਡਿਵੈਲਪ ਹੋ ਰਹੀ ਹੈ। ਤੇ ਉਸ ਤੋਂ ਬਾਅਦ ਤੁਸੀਂ ਦੇਖਿਏ ਕਿ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਮੇਨ ਟੂ ਪਾਰਟਸ ਨੇ, ਪ੍ਰੋਡਿਊਸਰਸ ਐਂਡ ਕੰਜ਼ਿਊਮਰਸ। ਦੈਨ ਇਹ ਪ੍ਰੋਡਿਊਸਰਸ ਪ੍ਰੋਡਕਸ਼ਨ ਸੈਕਟਰਸ ਦੇ ਵਿੱਚ ਐਂਡ ਕੰਜ਼ਿਊਮਰਸ ਜੋ ਪ੍ਰੋਡਕਸ਼ਨਸ ਨੂੰ ਕੀ ਨੇ ਬਾਏ ਕਰ ਰਹੇ ਨੇ। ਅਗਰ ਕੰਜ਼ਿਊਮਰਸ ਦੇ ਥਰੂ ਡਿਮਾਂਡ ਇਨਕਰੀਜ਼ ਹੋਏਗੀ ਤਾਂ ਪ੍ਰੋਡਿਊਸਰਸ ਦੇ ਥਰੂ ਕੀ ਆ ਸਪਲਾਈ ਵੀ ਇਨਕਰੀਜ਼ ਹੋਏਗੀ। ਸਾਡੀ ਜਿਹੜੀ ਇਕਨੋਮੀ ਹੈ ਸਪਲਾਈ ਤੇ ਡਿਮਾਂਡ ਤੇ ਡਿਪੈਂਡ ਕਰਦੀ ਹੈ। ਅਗਰ ਜਿੰਨੀ ਡਿਮਾਂਡ ਹੋਏਗੀ ਸਪਲਾਈ ਵੀ ਉਨੀ ਹੀ ਇਨਕਰੀਜ਼ ਹੋਏਗੀ ਤਾਂ ਗੁੱਡਸ ਦੀ ਪ੍ਰੋਡਕਸ਼ਨ ਵੀ ਉਨੀ ਹੀ ਜ਼ਿਆਦਾ ਇਨਕਰੀਜ਼ ਹੋਏਗੀ। ਪਰ ਕੈਪੀਟਲ ਇਨਕਮ ਤੇ ਜਿਹੜੀ ਆਪਣੀ ਨੈਸ਼ਨਲ ਇਨਕਮ ਹੈ ਵੈਲਿਊ ਐਡਡ ਮੈਥਡ ਦੇ ਥਰੂ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਇਨਕਰੀਜ਼ ਹੋਏਗੀ। ਐਂਡ ਉਸ ਤੋਂ ਬਾਅਦ ਦੇਖਿਆ ਸੀ ਅਸੀਂ ਮੀਨਿੰਗ ਆਫ ਇਕਨੋਮਿਕਸ। ਇਕਨੋਮਿਕਸ ਦਾ ਕੀ ਮਤਲਬ ਹੈ, ਇਹਦੇ ਵਿੱਚ ਲਿਖਿਆ ਗਿਆ ਸੀ ਕਿ ਦੋ ਸ਼ਬਦਾਂ ਤੋਂ ਮਿਲ ਕੇ ਬਣੀ ਹੈ, ਓਕਸ ਅਤੇ ਨੀਵੀਆਂ, ਜਿਹਦੇ ਵਿੱਚ ਹਾਊਸਹੋਲਡ ਤੇ ਹਾਊਸਹੋਲਡ ਮੈਨੇਜਮੈਂਟ ਦੀ ਗੱਲ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਆਪਣਾ ਜਿਹੜਾ ਹਾਊਸ ਹੈ, ਹਾਊਸ ਦੀਆਂ ਜਿਹੜੀਆਂ ਬੇਸਿਕ ਫੈਸਿਲਿਟੀਜ਼ ਨੇ ਉਹਨਾਂ ਨੂੰ ਕਵਰ ਕਰਦਾ ਹੈ, ਉਹਨਾਂ ਨੂੰ ਮੈਨੇਜ ਕਰਦਾ ਹੈ, ਉਹਨਾਂ ਨੂੰ ਜੱਜ ਕਰਦਾ ਹੈ। ਆਪਣੀ ਸੈਲਰੀ ਦੇ ਵਿੱਚੋਂ ਹੀ ਕਿਸ ਤਰ੍ਹਾਂ ਉਹ ਵੱਖ-ਵੱਖ ਜਿਹੜੀਆਂ ਲੋੜਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਉਹਨਾਂ ਨੂੰ ਪੂਰਾ ਕਰਕੇ ਵੱਧ ਤੋਂ ਵੱਧ ਸੈਟਿਸਫੈਕਸ਼ਨ ਹੈ ਜਿਹੜੀ ਉਹਨੂੰ ਗੇਨ ਕਰਦਾ ਹੈ।
ਉਸ ਤੋਂ ਬਾਅਦ ਅਸੀਂ ਦੇਖਿਆ ਸੀਗਾ ਕਿ ਅਰਥ ਸ਼ਾਸਤਰ ਦੀਆਂ ਧਨ ਸੰਬੰਧੀ ਪਰਿਭਾਸ਼ਾਵਾਂ, ਜਿਨ੍ਹਾਂ ਦੇ ਵਿੱਚ 3 ਪਰਿਭਾਸ਼ਾਵਾਂ ਦਿੱਤੀਆਂ ਗਈਆਂ ਸੀਗੀਆਂ। ਸਭ ਤੋਂ ਪਹਿਲਾਂ ਐਡਮ ਸਮਿਥ ਨੇ ਧਨ ਸੰਬੰਧੀ ਪਰਿਭਾਸ਼ਾ ਦਿੱਤੀ ਸੀਗੀ। ਉਹਨਾਂ ਨੇ ਕਿਹਾ ਸੀਗਾ ਕਿ ਅਰਥ ਸ਼ਾਸਤਰ ਵਿੱਚ ਸਿਰਫ ਔਰ ਸਿਰਫ ਧਨ ਸੰਬੰਧੀ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਆਪਾਂ ਆਪਣੀ ਇਕੋਨਮੀ ਦੇ ਵਿੱਚ ਧਨ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਿਊਸ ਕਰ ਸਕੀਏ, ਧਨ ਨੂੰ ਜ਼ਿਆਦਾ ਤੋਂ ਜ਼ਿਆਦਾ ਕੈਲਕੂਲੇਟ ਕਰ ਸਕੀਏ, ਇਹਦੇ ਵਿੱਚ ਨੈਸ਼ਨਲ ਇਨਕਮ ਨੂੰ ਜ਼ਿਆਦਾ ਇਨਕਰੀਜ਼ ਕਰ ਸਕੀਏ। ਇਹਦੇ ਵਿੱਚ ਜ਼ਿਆਦਾ ਜ਼ੋਰ ਪ੍ਰੋਡਕਸ਼ਨ ਤੇ ਡਿਸਟ੍ਰੀਬਿਊਸ਼ਨ ਤੇ ਲਿੱਤਾ ਗਿਆ ਹੈ ਕਿ ਸਾਡੀ ਜਿਹੜੀ ਇਕੋਨਮੀ ਹੈ ਪੂਰੀ ਤਰ੍ਹਾਂ ਧਨ ਤੇ ਡਿਪੈਂਡ ਕਰਦੀ ਹੈ। ਅਗਰ ਧਨ ਜ਼ਿਆਦਾ ਹੋਏਗਾ ਤਾਂ ਸਾਡੀ ਇਕੋਨਮੀ ਕੀ ਹੋਏਗੀ, ਡਿਵੈਲਪ ਹੋਏਗੀ। ਇਹ ਸਾਡੇ ਐਡਮ ਸਮਿਥ ਦਾ ਕਹਿਣਾ ਹੈ। ਲੇਕਿਨ ਜਿਹੜੇ ਆਪਣੇ ਮਾਰਸ਼ਲ ਨੇ, ਉਹਨਾਂ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਜਿਹੜੇ ਧਨ ਸੰਬੰਧੀ ਕਿਰਿਆਵਾਂ ਨੇ ਉਹਦੇ ਵਿੱਚ ਤਾਂ ਸਿਰਫ ਮਟੀਰੀਅਲ ਗੁਡਸ ਨੂੰ ਲਿਆ ਗਿਆ ਹੈ, ਜਿਨ੍ਹਾਂ ਨੂੰ ਦੇਖਿਆ ਤੇ ਛੂਆ ਜਾ ਸਕਦਾ ਹੈ, ਜਦ ਕਿ ਪੂਰੀ ਇਕੋਨਮੀ ਦੇ ਵਿੱਚ ਜਿਹੜੀਆਂ ਆਪਣੀਆਂ ਦੂਸਰੀਆਂ ਨੇ ਅਨਮਟੀਰੀਅਲ ਗੁਡਸ, ਉਹਨਾਂ ਨੂੰ ਵੀ ਲੈਣਾ ਚਾਹੀਦਾ ਹੈ, ਭੌਤਿਕ ਸਾਧਨਾਂ ਨੂੰ ਵੀ ਲੈਣਾ ਚਾਹੀਦਾ ਹੈ। ਤਦ ਮਾਰਸ਼ਲ ਨੇ ਇਹਦੀ ਡੈਫੀਨੇਸ਼ਨ ਦਿੱਤੀ ਹੈ ਕਿ ਜਿਹੜਾ ਅਰਥ ਸ਼ਾਸਤਰ ਹੈ ਭੌਤਿਕ ਕਲਿਆਣ ਨਾਲ ਸੰਬੰਧਿਤ ਹੈ, ਕਿ ਧਨ ਦੇ ਨਾਲ ਨਾਲ ਜਿਹੜੀਆਂ ਬਾਕੀ ਜਿਹੜੀਆਂ ਅਰਥ ਵਿਵਸਥਾ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਜਿਵੇਂ ਕਿ ਭੌਤਿਕ ਕਲਿਆਣ ਸੰਬੰਧੀ ਸਮੱਸਿਆ, ਉਹਦਾ ਵੀ ਅਧਿਐਨ ਕੀਤਾ ਜਾਣਾ ਜ਼ਰੂਰੀ ਹੈ। ਇਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਭੌਤਿਕ ਪਦਾਰਥ ਨੇ ਆਪਾਂ ਉਹਨਾਂ ਨੂੰ ਪੂਰਾ ਕਰ ਸਕੀਏ, ਵਿਅਕਤੀਗਤ ਅਤੇ ਸਮਾਜਿਕ ਕੰਮਾਂ ਨੂੰ ਪੂਰਾ ਕਰ ਸਕੀਏ, ਕਿਸ ਤਰ੍ਹਾਂ ਅਸੀਂ ਕਲਿਆਣ ਕਰ ਸਕੀਏ ਵੱਧ ਤੋਂ ਵੱਧ ਮਨੁੱਖ ਦਾ, ਤਾਂ ਜੋ ਮਨੁੱਖ ਆ ਜਿਹੜਾ ਉਹ ਕਿਸੇ ਵੀ ਚੀਜ਼ ਤੋਂ ਵਾਂਝਾ ਨਾ ਰਹੇ। ਤੇ ਇਹਨੂੰ ਕ੍ਰਿਟੀਸਾਈਜ਼ ਕੀਤਾ ਹੈ ਜਿਹੜੇ ਆਪਣੇ ਰੋਬਿਨਸ ਨੇ। ਉਹਨਾਂ ਨੇ ਬੋਲਿਆ ਕਿ ਜਿਹੜੀ ਆਪਣੀ ਐਡਮ ਸਮਿਥ ਦੀ ਧਨ ਸੰਬੰਧੀ ਪਰਿਭਾਸ਼ਾ ਹੈ ਤੇ ਮਾਰਸ਼ਲ ਦੀ ਪਰਿਭਾਸ਼ਾ ਹੈ ਜਿਹੜੀ ਭੌਤਿਕ ਕਲਿਆਣ ਸੰਬੰਧੀ, ਉਹ ਗਲਤ ਹੈ, ਕਿ ਸਿਰਫ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਅਰਥ ਸ਼ਾਸਤਰ ਉਹ ਅਧਿਐਨ ਨਹੀਂ ਹੈ। ਅਰਥ ਸ਼ਾਸਤਰ ਦੇ ਵਿੱਚ ਦੁਰਲਭਤਾ ਦਾ ਅਧਿਐਨ ਕੀਤਾ ਜਾਂਦਾ ਹੈ, ਕਿ ਅਰਥ ਸ਼ਾਸਤਰ ਦੇ ਵਿੱਚ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਆਪਣੀਆਂ ਬਹੁਤ ਸਾਰੀਆਂ ਡਿਮਾਂਡਸ ਨੇ ਉਹਨਾਂ ਨੂੰ ਆਪਾਂ ਸੀਮਿਤ ਸਾਧਨਾਂ ਦੇ ਨਾਲ ਪੂਰਾ ਕਰ ਸਕੀਏ, ਕਿਸ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਵਿਵਹਾਰ ਕਰਦਾ ਹੈ, ਐਕਚੁਅਲ ਸਿਚੁਏਸ਼ਨ ਹੈ ਜਿਹੜੀ ਉਹਨੂੰ ਪੂਰਾ ਕਰਦਾ ਹੈ, ਕਵਰ ਕਰਦਾ ਹੈ। ਉਸ ਤੋਂ ਬਾਅਦ ਅਸੀਂ ਇੰਟਰੋਡਕਸ਼ਨ ਟੂ ਸਕੋਪ ਆਫ ਇਕਨੋਮਿਕਸ, ਅਰਥ ਸ਼ਾਸਤਰ ਦੀ ਵਿਸ਼ੇ ਸਮੱਗਰੀ ਦੇ ਵਿੱਚ ਗੱਲ ਕੀਤੀ ਸੀਗੀ ਆਰਥਿਕ ਚੱਕਰ ਦੀ, ਕਿ ਕਿਸ ਤਰ੍ਹਾਂ ਜਿਹੜੀ ਇਕਨੋਮਿਕਸ ਹੈ ਉਹਦਾ ਜਿਹੜਾ ਸਰਕਲ ਹੈ ਉਹ ਇੱਕ ਜਗ੍ਹਾ ਤੇ ਬਾਉਂਡ ਕਰਕੇ ਨਹੀਂ ਰਹਿੰਦਾ, ਇਹ ਟਾਈਮ ਟੂ ਟਾਈਮ ਕੀ ਹੈ, ਜਨਰੇਟ ਹੁੰਦਾ ਰਹਿੰਦਾ ਹੈ। ਇਕਨੋਮਿਕ ਐਕਟੀਵਿਟੀਜ਼ ਨੇ ਇਹ ਜਿਹੜੀਆਂ ਨਾ ਮੁੱਕਣ ਵਾਲੀਆਂ ਨੇ, ਇਹ ਚੱਲਦੀਆਂ ਰਹਿੰਦੀਆਂ ਨੇ, ਕਿਉਂਕਿ ਜਿਹੜੀਆਂ ਲੋੜਾਂ ਨੇ ਉਹ ਕਦੇ ਵੀ ਮਨੁੱਖ ਦੀਆਂ ਪੂਰੀਆਂ ਨਹੀਂ ਹੁੰਦੀਆਂ। ਇੱਕ ਲੋੜ ਤੋਂ ਬਾਅਦ ਹਮੇਸ਼ਾ ਜਿਹੜੀ ਦੂਸਰੀ ਲੋੜ ਹੈ ਉਹ ਕੀ ਹੋ ਜਾਂਦੀ ਆ, ਪੂਰੀ ਸਟਾਰਟ ਹੋ ਜਾਂਦੀ ਹੈ। ਅਗਰ ਮੇਰੀ ਲੋੜ ਪਹਿਲਾਂ ਸਿਰਫ ਫੂਡ ਦੀ ਸੀ, ਦੈਨ ਮੇਰੀ ਹੁਣ ਫੂਡ ਦੀ ਬੇਸਿਕ ਨੀਡਸ ਪੂਰੀਆਂ ਹੋ ਗਈਆਂ, ਦੈਨ ਮੈਂ ਆਪਣੀ ਕਲੋਥਿੰਗ ਤੇ ਜਾਊਂਗਾ, ਮੈਂ ਨਿਊ ਕੱਪੜੇ ਨੂੰ ਬਾਏ ਕਰੂੰਗਾ, ਕਿਸ ਤਰ੍ਹਾਂ ਮੈਂ ਬ੍ਰਾਂਡਡ ਕੱਪੜਿਆਂ ਨੂੰ ਬਾਏ ਕਰ ਸਕਾਂ, ਉਹਨਾਂ ਦੇ ਲਈ ਮੈਂ ਐਫਰਟਸ ਕਰੂੰਗਾ, ਧਨ ਇਕੱਠਾ ਕਰੂੰਗਾ ਤੇ ਸੈਟਿਸਫੈਕਸ਼ਨ ਫੀਲ ਕਰੂੰਗਾ। ਅਗਰ ਮੇਰੀਆਂ ਉਹ ਚੀਜ਼ਾਂ ਵੀ ਪੂਰੀਆਂ ਹੋਣਗੀਆਂ, ਦੈਨ ਮੈਂ ਲਗਜ਼ਰੀ ਆਈਟਮਸ ਤੇ ਵੱਲ ਜਾਊਂਗਾ, ਮੈਂ ਏਸੀ ਵੱਲ ਜਾਊਂਗਾ, ਮੈਂ ਵੱਡੀ ਕਾਰ ਵੱਲ ਜਾਊਂਗਾ, ਤਾਂ ਆਪਣੀ ਹੋਰ ਰਿਕੁਆਇਰਮੈਂਟਸ ਨੇ ਜਿਹੜੀਆਂ ਮੈਂ ਉਹਨਾਂ ਨੂੰ ਪੂਰਾ ਕਰਨਾ ਚਾਹੂੰਗਾ, ਤਾਂ ਉਹਨਾਂ ਲਈ ਵੀ ਐਫਰਟਸ ਕਰੂੰਗਾ ਤੇ ਧਨ ਇਕੱਠਾ ਕਰੂੰਗਾ, ਤੇ ਉਹਨਾਂ ਦੇ ਥਰੂ ਵੀ ਉਹਨਾਂ ਨੂੰ ਗੇਨ ਕਰਕੇ ਮੈਂ ਸੈਟਿਸਫੈਕਸ਼ਨ ਗੇਨ ਕਰੂੰਗਾ। ਇਸ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਕਦੇ ਵੀ ਜਿਹੜੀਆਂ ਆਰਥਿਕ ਕਿਰਿਆਵਾਂ ਨੇ ਉਹਨਾਂ ਤੋਂ ਸੈਟਿਸਫਾਈ ਨਹੀਂ ਹੁੰਦਾ, ਉਹ ਉਹਨਾਂ ਦੇ ਵਿੱਚ ਕੀ ਆ, ਉਲਝਿਆ ਰਹਿੰਦਾ ਹੈ, ਉਹਨਾਂ ਦੇ ਜਾਲ ਦੇ ਵਿੱਚ ਉਲਝਿਆ ਰਹਿੰਦਾ ਹੈ, ਜਿਹਦੇ ਲਈ ਉਹ ਵੱਧ ਤੋਂ ਵੱਧ ਕੀ ਆ, ਧਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਉਸ ਤੋਂ ਬਾਅਦ ਸੀਗਾ ਅਰਥ ਸ਼ਾਸਤਰ ਦਾ ਸਵਾਲ, ਨੇਚਰ ਆਫ ਇਕਨੋਮਿਕਸ। ਆਪਾਂ ਇਕਨੋਮਿਕਸ ਨੂੰ ਕਹਿ ਸਕਦੇ ਕਿ ਜਿਵੇਂ ਕਿ ਵੱਖ-ਵੱਖ ਪਰੰਪਰਾਵਾਦੀ ਅਰਥ ਸ਼ਾਸਤਰੀ ਨੇ ਜਿਹੜੇ ਉਹਨਾਂ ਨੇ ਬੋਲਿਆ ਹੈ ਕਿ ਅਰਥ ਸ਼ਾਸਤਰ ਹੈ ਜਿਹੜਾ ਉਹ ਇੱਕ ਵਿਗਿਆਨ ਵੀ ਹੈ, ਇੱਕ ਕਲਾ ਵੀ ਹੈ। ਵਿਗਿਆਨ ਇਹ ਹੈ ਜੋ ਸਾਨੂੰ ਸਹੀ ਸਿੱਟੇ ਦੱਸਦਾ ਹੈ ਕਿ ਜਿਹੜਾ ਰੀਜ਼ਨਸ ਨੇ ਵੀ ਕੀ ਹੈ, ਅਰਥ ਸ਼ਾਸਤਰ ਕੀ ਹੈ। ਅਰਥ ਸ਼ਾਸਤਰ ਜਿਵੇਂ ਕਿ ਆਪਾਂ ਨੇ ਦੇਖਿਆ ਹੀ ਹੈ ਕਿ 3 ਡੈਫੀਨੇਸ਼ਨਸ ਪੜ੍ਹੀਆਂ ਨੇ, ਕਿ ਭੌਤਿਕ ਕਲਿਆਣ ਸੰਬੰਧੀ ਐਂਡ ਧਨ ਸੰਬੰਧੀ ਤੇ ਦੁਰਲਭਤਾ ਸੰਬੰਧੀ। ਦੁਰਲਭਤਾ ਸੰਬੰਧੀ ਅਸੀਂ ਦੇਖਿਆ ਸੀਗਾ ਕਿ ਸਾਧਨ ਨੇ ਜਿਹੜੇ ਸੀਮਿਤ ਨੇ ਲੇਕਿਨ ਲੋੜਾਂ ਅਸੀਮਿਤ ਨੇ। ਦਿਸ ਇਜ਼ ਅ ਕਨਕਲੂਜਨ, ਦਿਸ ਇਜ਼ ਅ ਸਿੱਟਾ ਜੋ ਆਪਾਂ ਨੇ ਦੇਖ ਲਿਆ। ਅਗਰ ਆਪਣੀ ਇਕੋਨਮੀ ਦੇ ਵਿੱਚ ਪੋਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਤਾਂ ਕਿੰਨੇ ਪਰਸੈਂਟ ਹੋ ਰਹੀ ਹੈ, ਪੋਪੂਲੇਸ਼ਨ ਕਿੰਨੀ ਹੈ, ਪੋਪੂਲੇਸ਼ਨ ਇਨਕਰੀਜ਼ ਹੋਣ ਦਾ ਰੀਜ਼ਨ ਕੀ ਹੈ, ਕਿਉਂ ਇਨਕਰੀਜ਼ ਹੋ ਰਹੀ ਹੈ, ਕਿੱਥੇ ਕਿੰਨੇ ਪਰਸੈਂਟ ਹੈ, ਕਿਹੜੀ ਸਟੇਟ ਦੇ ਵਿੱਚ ਕਿੰਨੇ ਹੈ। ਦਿਸ ਇਜ਼ ਅ ਸਾਇੰਸ ਜੋ ਸਾਨੂੰ ਐਕਚੁਅਲ ਸਿੱਟਿਆਂ ਦੇ ਬਾਰੇ ਦੱਸਦੀ ਹੈ। ਐਂਡ ਕਲਾ ਜਿਹਦੇ ਵਿੱਚ ਅਸੀਂ ਸੋਲਿਊਸ਼ਨਸ ਦੇਖਦੇ ਹਾਂ, ਵਾਟ ਆਊਟ ਟੂ ਵੀ ਦੇਖਦੇ ਹਾਂ ਕਿ ਕੀ ਹੋਣਾ ਚਾਹੀਦਾ ਹੈ। ਅਗਰ ਪਾਪੂਲੇਸ਼ਨ ਇੰਨੇ ਪਰਸੈਂਟ ਹੈ ਤਾਂ ਪਾਪੂਲੇਸ਼ਨਸ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ। ਤਦ ਆਪਾਂ ਕੀ ਹੈ, ਡਿਫਰੈਂਟ ਜਿਹੜੇ ਆਬਜੈਕਟਿਵਸ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਐਕਟੀਵਿਟੀਜ਼ ਕਰਦੇ ਹਾਂ, ਜਿਵੇਂ ਕਿ ਅਸੀਂ ਪਾਪੂਲੇਸ਼ਨ ਨੂੰ ਇਨਕਰੀਜ਼ ਹੋਣ ਤੋਂ ਬਚਾਉਣ ਦੇ ਲਈ ਡਿਫਰੈਂਟ ਟਾਈਪਸ ਆਫ ਗਵਰਨਮੈਂਟਸ ਐਕਸ਼ਨ ਉਠਾਉਂਦੀ ਹੈ, ਜਿਹੜੇ ਦਿਸ ਇਜ਼ ਅ ਆਰਟ। ਦੈਨ ਆਪਾਂ ਬੋਲ ਸਕਦੇ ਹਾਂ ਕਿ ਇਕਨੋਮਿਕਸ ਇਜ਼ ਅ। ਉਸ ਤੋਂ ਬਾਅਦ ਅਸੀਂ ਦੇਖਿਆ ਸੀ ਅਰਥ ਸ਼ਾਸਤਰ ਦੀਆਂ ਸੀਮਾਵਾਂ, ਲਿਮਿਟੇਸ਼ਨਸ ਆਫ ਇਕਨੋਮਿਕਸ, ਕੀ ਜਿਹੜੀਆਂ ਅਰਥ ਸ਼ਾਸਤਰ ਦੀਆਂ ਸੀਮਾਵਾਂ ਨੇ ਇਹ ਇੱਕ ਲੈਵਲ ਤੱਕ ਸਟੈਂਡ ਨਹੀਂ ਕਰਦੀਆਂ, ਇਹ ਬਹੁਤ ਜ਼ਿਆਦਾ ਦੂਰ ਤੱਕ ਫੈਲੀਆਂ ਹੋਈਆਂ ਨੇ। ਇਹਦੇ ਵਿੱਚ ਆਪਾਂ ਨੇ 7 ਪੜ੍ਹੀਆਂ ਸੀ, ਜਿਹਦੇ ਵਿੱਚ ਫਸਟ ਸਿਰਫ ਮਨੁੱਖ ਦੀਆਂ ਕਿਰਿਆਵਾਂ ਦਾ ਅਧਿਐਨ।
ਇਹ ਬੋਲਿਆ ਜਾਂਦਾ ਹੈ ਕਿ ਇਕਨੋਮਿਕਸ ਦੇ ਵਿੱਚ ਜਿਹੜੀਆਂ ਹਿਊਮਨ ਐਕਟੀਵਿਟੀਜ਼ ਨੇ ਸਿਰਫ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ, ਲੇਕਿਨ ਇਹਦੇ ਵਿੱਚ ਹਿਊਮਨ ਐਕਟੀਵਿਟੀਜ਼ ਤੋਂ ਇਲਾਵਾ ਵੀ ਸਮਾਜ ਬਾਰੇ ਫੈਸਲੇ ਲਏ ਜਾਂਦੇ ਨੇ, ਸਮਾਜਿਕ ਕਲਿਆਣ ਵੀ ਕੀਤਾ ਜਾਂਦਾ ਹੈ, ਚਾਹੇ ਉਹ ਵਿਅਕਤੀਗਤ ਲੈਵਲ ਤੋਂ ਹੀ ਸਟਾਰਟ ਕਿਉਂ ਨਾ ਕੀਤਾ ਜਾ ਸਕੇ, ਕਿਉਂਕਿ ਹਰ ਇੱਕ ਵਿਅਕਤੀ ਦੇ ਲਈ ਡਿਫਰੈਂਟ ਟਾਈਪਸ ਆਫ ਲਾਅ ਬਣੇ ਨੇ ਆਪਣੀ ਇਕੋਨਮੀ ਦੇ ਵਿੱਚ, ਜੋ ਆਪਣੀਆਂ ਪੋਲੀਟੀਕਲ ਪਾਰਟੀਜ਼ ਨੇ ਜੋ ਆਪਣਾ ਕੰਸਟੀਟਿਊਸ਼ਨਸ ਆ ਉਹ ਬਣਾਉਂਦਾ ਹੈ, ਚਾਹੇ ਆਪਣਾ ਲੇਬਰ ਕੰਜ਼ਿਊਮਰਸ ਦੇ ਲਈ ਹੈ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ। ਤੇ ਹਿਊਮਨ ਐਕਟੀਵਿਟੀਜ਼ ਦੇ ਵਿੱਚ ਕੀ ਹੈ ਕਿ ਸਿਰਫ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਕਿ ਮਨੁੱਖ ਕਿਸ ਤਰ੍ਹਾਂ ਪੈਸਾ ਕਮਾਵੇ, ਧਨ ਕਮਾਵੇ ਤੇ ਉਹ ਧਨ ਦੇ ਨਾਲ ਆਪਣੇ ਸੀਮਿਤ ਸਾਧਨ ਨੇ ਜਿਹੜੇ ਧਨ ਉਹਨਾਂ ਦੇ ਥਰੂ ਅਸੀਮਿਤ ਲੋੜਾਂ ਨੂੰ ਪੂਰਾ ਕਰ ਸਕੇ, ਕਿਉਂਕਿ ਜਿਹੜਾ ਕੰਜ਼ਿਊਮਰ ਆ ਕੀ ਹੁੰਦਾ ਰੈਸ਼ਨਲ ਹੁੰਦਾ ਹੈ। ਐਂਡ ਵਾਸਤਵਿਕ ਮਨੁੱਖ ਦਾ ਅਧਿਐਨ ਇਹਦੇ ਵਿੱਚ ਰੀਅਲ ਮੈਨ ਦੀ ਸਟੱਡੀ ਕੀਤੀ ਜਾਂਦੀ ਹੈ। ਰੀਅਲ ਮੈਨ ਇਜ਼ ਅ ਰੈਸ਼ਨਲ ਮੈਨ ਜੋ ਸਿਰਫ ਆਪਣੇ ਬਾਰੇ ਸੋਚਦਾ ਹੈ, ਜੋ ਸਿਰਫ ਧਨ ਇਕੱਠਾ ਕਰਨ ਦੇ ਵਿੱਚ ਲੱਗਿਆ ਰਹਿੰਦਾ ਹੈ ਕਿ ਕਿਸ ਤਰ੍ਹਾਂ ਮੈਂ ਕਿਹੜੇ ਸੋਰਸਿਸ ਦੇ ਥਰੂ ਧਨ ਇਕੱਠਾ ਕਰ ਸਕਦਾ। ਜਿਵੇਂ ਕਿ ਤੁਸੀਂ ਦੇਖ ਵੀ ਸਕਦੇ ਹੋ ਕਿ ਇੱਕ ਮੈਨ ਹੈ ਜਿਹੜਾ ਉਹ ਇੱਕ ਕੰਮ ਦੇ ਨਾਲ ਡਿਫਰੈਂਟ ਟਾਈਪਸ ਆਫ ਵਰਕਸ ਕਰਦਾ ਤਾਂ ਜੋ ਉਹਦੀ ਅਰਨਿੰਗ ਪਾਵਰ ਉਹ ਇਨਕਰੀਜ਼ ਹੋ ਸਕੇ। ਅਗਰ ਅਰਨਿੰਗ ਪਾਵਰ ਇਨਕਰੀਜ਼ ਹੋਏਗੀ ਤਾਂ ਫਿਰ ਜਿਹੜੀ ਇਕਨੋਮਿਕ ਕੰਡੀਸ਼ਨ ਹੈ ਉਹ ਵੀ ਇੰਪਰੂਵ ਹੋਏਗੀ, ਕਿਉਂਕਿ ਉਹ ਡਿਫਰੈਂਟ ਟਾਈਪਸ ਆਫ ਜਿਹੜੇ ਗੁੱਡਸ ਨੇ ਉਹਨਾਂ ਨੂੰ ਈਜ਼ੀਲੀ ਕੀ ਕਰ ਸਕਦਾ, ਬਾਏ ਕਰ ਸਕਦਾ। ਨੈਕਸਟ ਇਜ਼ ਅ ਸਧਾਰਨ ਮਨੁੱਖ ਦਾ ਅਧਿਐਨ। ਇਹਦੇ ਵਿੱਚ ਜਿਹੜਾ ਐਵਰੇਜ ਮੈਨ ਹੈ ਉਹਦੀ ਵੀ ਸਟੱਡੀ ਕੀਤੀ ਗਈ ਹੈ। ਐਵਰੇਜ ਮੈਨ ਜੋ ਸਿਰਫ ਆਪਣੇ ਗੁਜ਼ਾਰੇ ਦੇ ਲਈ ਸੋਚਦਾ ਹੈ, ਜਿਹੜੀ ਜਿਹਦੀ ਇਨਕਮ ਹੈ ਜਿਹੜੀ ਉਹ ਨਾਰਮਲ ਹੈ, ਜ਼ਿਆਦਾ ਹਾਈ ਇਨਕਮ ਨਹੀਂ ਹੈਗੀ, ਠੀਕ ਹੈ, ਜਿਹੜੀ ਸਿਰਫ ਆਪਣੀ ਫੂਡ ਸ਼ੈਲਟਰਿੰਗ ਤੇ ਕਲੋਥਿੰਗ ਦੇ ਲਈ ਵਰਕ ਕਰਦਾ ਹੈ, ਤੇ ਜਿਹੜਾ ਆਪਣਾ ਗੁਜ਼ਾਰੇ ਜੋ ਕਮਾ ਕੇ ਆਪਣੇ ਜਿਹੜੇ ਲੋੜਾਂ ਨੇ ਉਹਨਾਂ ਨੂੰ ਕੀ ਕਰਦਾ ਹੈ, ਸੈਟਿਸਫਾਈ ਕਰਦਾ ਹੈ। ਦੈਨ ਹੈਗਾ ਸਮਾਜਿਕ ਮਨੁੱਖ ਦਾ ਅਧਿਐਨ। ਇਹਦੇ ਵਿੱਚ ਸਟੱਡੀ ਆਫ ਸੋਸ਼ਲ ਮੈਨ ਦੀ ਸਟੱਡੀ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਸੋਸ਼ਲੀ ਜਿਹੜਾ ਮੈਨ ਹੈ ਉਹ ਇਕਨੋਮਿਕ ਕੰਡੀਸ਼ਨ ਨੂੰ ਬਰਕਰਾਰ ਕਰਦੇ ਹੋਏ ਆਪਣੀਆਂ ਜਿਹੜੀਆਂ ਇਕਨੋਮਿਕ ਤੇ ਸੋਸ਼ਲ ਪੋਜੀਸ਼ਨ ਆ ਉਹਨੂੰ ਕੀ ਆ ਸਟੇਬਲ ਰੱਖ ਸਕਦਾ ਹੈ। ਇਹਦੇ ਵਿੱਚ ਜਿਹੜੀ ਸੋਸ਼ਲ ਨੀਡਸ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੀ ਗੱਲ ਕੀਤੀ ਕਿ ਸੋਸਾਇਟੀ ਦੇ ਵਿੱਚ ਅਗਰ ਕਰਪਸ਼ਨ ਹੋ ਰਹੀ ਹੈ ਤਾਂ ਉਹਦਾ ਮੇਨ ਰੀਜ਼ਨ ਕੀ ਹੈ, ਅਗਰ ਪਾਵਰਟੀ ਇਨਕਰੀਜ਼ ਹੋ ਰਹੀ ਹੈ ਤਾਂ ਮੇਨ ਰੀਜ਼ਨਸ ਕੀ ਹੈ, ਅਗਰ ਇਨਫਲੇਸ਼ਨ ਡਿਫਲੇਸ਼ਨ ਹੋ ਰਹੀ ਹੈ ਉਹਦਾ ਮੇਨ ਰੀਜ਼ਨ ਕੀ ਹੈ। ਤਾਂ ਇਹਨਾਂ ਸਾਰਿਆਂ ਦੇ ਜਿਹੜੇ ਸੋਲੂਸ਼ਨਸ ਨੇ ਇਕਨੋਮਿਕਸ ਦੇ ਵਿੱਚ ਕੀਤੇ ਜਾਂਦੇ ਨੇ ਵਿਦ ਹੈਲਪ ਆਫ ਗਵਰਨਮੈਂਟ ਪੋਲਿਸੀਜ਼। ਗਵਰਨਮੈਂਟ ਹੈ ਜਿਹੜੀ ਡਿਫਰੈਂਟ ਟਾਈਪਸ ਆਫ ਪੋਲਿਸੀਜ਼ ਅਪਣਾਉਂਦੀ ਹੈ ਜਿਹਨਾਂ ਦੇ ਵਿੱਚ ਵੀ ਆਪਣੀ ਇਕਨੋਮਿਕ ਕੰਡੀਸ਼ਨਸ ਤੇ ਇਫੈਕਟ ਪੈਂਦਾ ਹੈ। ਅੱਗੇ ਦਾ ਆਰਥਿਕ ਕਿਰਿਆਵਾਂ ਦਾ ਅਧਿਐਨ। ਸਟੱਡੀ ਆਫ ਇਕਨੋਮਿਕ ਐਕਟੀਵਿਟੀਜ਼। ਇਕਨੋਮਿਕ ਐਕਟੀਵਿਟੀਜ਼ ਮੀਨਸ ਧਨ ਨਾਲ ਸੰਬੰਧਿਤ ਕਿਰਿਆਵਾਂ, ਜਿਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਇਕਨੋਮਿਕ ਜਿਹੜੀ ਆਪਣੀ ਕੰਡੀਸ਼ਨ ਹੈ ਉਹਨੂੰ ਸਟਰੋਂਗ ਕਰ ਸਕਦੇ ਹਾਂ, ਇਕਨੋਮਿਕ ਕੰਡੀਸ਼ਨਸ ਨੂੰ ਫੁਲਫਿਲ ਕਰ ਸਕਦੇ ਹਾਂ, ਇਕਨੋਮਿਕ ਐਕਟੀਵਿਟੀਜ਼ ਨੂੰ ਪੂਰਾ ਕਰ ਸਕਦੇ ਹਾਂ ਵਿਦ ਦ ਹੈਲਪ ਆਫ ਮਨੀ। ਇਕਨੋਮਿਕ ਸਰਕਲਸ ਦੀ ਗੱਲ ਕੀਤੀ ਗਈ ਸੀ, ਜਿਹਦੇ ਵਿੱਚ ਇਕਨੋਮਿਕ ਸਰਕਲਸ ਨੂੰ ਆਪਾਂ ਮੇਨਲੀ ਫੋਲੋ ਕਿਉਂ ਕਰਦੇ ਹਾਂ, ਕਿਉਂਕਿ ਸਾਡੇ ਜਿਹੜੇ ਇਕਨੋਮਿਕ ਐਕਟੀਵਿਟੀਜ਼ ਨੇ ਆਪਾਂ ਨੇ ਉਹਨਾਂ ਨੂੰ ਕੀ ਕਰਨਾ ਹੁੰਦਾ ਹੈ, ਕਵਰ ਕਰਨਾ ਹੁੰਦਾ ਹੈ। ਜਿਹੜੇ ਇਕਨੋਮਿਕ ਸਰਕਲਸ ਦੇ ਥਰੂ ਐਫਰਟਸ ਦੇ ਥਰੂ ਹੀ ਕੀ ਹੋ ਸਕਦੀਆਂ ਨੇ, ਪੂਰਾ ਹੋ ਸਕਦੇ ਨੇ। ਅਗਰ ਅਸੀਂ ਕਿਸੇ ਚੀਜ਼ ਦੀ ਡਿਮਾਂਡ ਕਰ ਰਹੇ ਤਾਂ ਡਿਮਾਂਡ ਕਿਉਂ ਕਰ ਰਹੇ, ਕਿਉਂਕਿ ਸਾਡੇ ਕੋਲ ਐਕਚੁਅਲ ਦੇ ਵਿੱਚ ਪੈਸਾ ਹੈ, ਉਹ ਪੈਸਾ ਹੈ, ਅਸੀਂ ਉਹਨੂੰ ਯੂਜ਼ ਕਰਾਂਗੇ, ਡਿਮਾਂਡ ਕਰਾਂਗੇ, ਕਿਸੇ ਚੀਜ਼ ਨੂੰ ਡਿਮਾਂਡ ਕਰਕੇ ਉਹਨੂੰ ਕੰਜ਼ਿਊਮ ਕਰਾਂਗੇ, ਕੰਜ਼ਿਊਮ ਕਰਕੇ ਉਹਨੂੰ ਸੈਟਿਸਫੈਕਸ਼ਨ ਗੇਨ ਕਰਾਂਗੇ। ਉਸ ਤੋਂ ਬਾਅਦ ਹੈ ਸਾਡਾ ਸਮਾਜਿਕ ਵਿਗਿਆਨ ਅਤੇ ਕਲਾ। ਸੋਸ਼ਲ ਸਾਇੰਸ ਐਂਡ ਆਰਟ ਕੀ ਅਰਥਸ਼ਾਸਤਰ ਸਾਨੂੰ ਦੱਸਦਾ ਹੈ ਕਿ ਜਿਹੜੀ ਆਪਣੀ ਇਕਨੋਮਿਕਸ ਹੈ ਦਿਸ ਇਜ਼ ਅ ਸਾਇੰਸ ਜੋ ਐਕਚੁਅਲ ਰੀਜ਼ਨਸ ਤੇ ਫੈਕਟਸ ਬਾਰੇ ਗੱਲ ਕਰਦੀ ਹੈ ਕਿ ਜਿਵੇਂ ਕਿ ਅਗਰ ਇਨਫਲੇਸ਼ਨ ਹੈ ਕਿੰਨੇ ਪਰਸੈਂਟ ਹੈ, ਕਿਉਂ ਹੈ, ਇਹਦਾ ਰੀਜ਼ਨ ਕੀ ਹੈ। ਐਂਡ ਆਰਟ ਜੋ ਸਾਨੂੰ ਸੋਲੂਸ਼ਨਸ ਦੱਸਦੀ ਹੈ ਕਿ ਇਨਫਲੇਸ਼ਨ ਨੂੰ ਅਸੀਂ ਕਿੱਦਾਂ ਕੰਟਰੋਲ ਕਰ ਸਕਦੇ ਹਾਂ, ਜਿਹਦੇ ਵਿੱਚ ਆਪਾਂ ਪਾਲਿਸੀਜ਼ ਫੋਲੋ ਕਰਦੇ ਹਾਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਮੋਨਟਰੀ ਐਂਡ ਫਿਜ਼ੀਕਲ ਪਾਲਿਸੀ ਵਿਦ ਦ ਹੈਲਪ ਆਫ ਗਵਰਨਮੈਂਟ। ਐਂਡ ਨੈਕਸਟ ਹੈ ਆਰਥਿਕ ਨਿਯਮ। ਆਰਥਿਕ ਨਿਯਮ ਵਿੱਚ ਇਕਨੋਮਿਕਸ ਲਾਅ ਜਿਵੇਂ ਕਿ ਟ੍ਰੇਡ ਯੂਨੀਅਨ ਸੇ ਥਰੂ ਲੇਬਰ ਲਾਅ ਦੀ ਗੱਲ ਕੀਤੀ ਗਈ ਹੈ ਤੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੀ ਗੱਲ ਕੀਤੀ ਗਈ ਹੈ। ਤੇ ਜਦੋਂ ਕੋਈ ਵੀ ਪ੍ਰੋਡਕਸ਼ਨ ਸਟਾਰਟ ਕਰਨੀ ਹੁੰਦੀ ਹੈ ਬਿਜ਼ਨਸਮੈਨਸ ਨੂੰ ਲਾਇਸੈਂਸ ਵਗੈਰਾ ਲੈਣਾ ਪੈਂਦਾ, ਚਾਹੇ ਇੰਟਰਨੈਸ਼ਨਲ ਲੈਵਲ ਤੇ ਆਪਾਂ ਨੇ ਇੰਟਰਨੈਸ਼ਨਲ ਟ੍ਰੇਡ ਕਰਨੀ ਹੁੰਦੀ ਹੈ, ਉਹਦੇ ਵਿੱਚ ਐਕਸਪੋਰਟ ਇੰਪੋਰਟ ਲਈ ਟੈਰਿਫ ਵੈਰਿਸਿਸ ਆ ਗਈਆਂ, ਇੰਪੋਰਟ ਸਬਸਟੀਟਿਊਸ਼ਨਸ ਆ ਗਏ ਐਂਡ ਐਕਸਪੋਰਟ ਪ੍ਰਮੋਸ਼ਨਸ ਆ ਗਿਆ। ਇਹ ਸਾਰੇ ਜਿਹੜੇ ਲਾਅ ਨੇ ਇਹ ਵੀ ਇਕਨੋਮਿਕਸ ਦੇ ਵਿੱਚ ਫੋਲੋ ਕੀਤੇ ਜਾਂਦੇ ਨੇ ਆਪਣੀ ਇਕਨੋਮੀ ਨੂੰ ਮੁੱਖ ਰੱਖਦੇ ਹੋਏ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇਕਨੋਮਿਕਸ ਇਜ਼ ਤੇ ਜਿਹੜੀਆਂ ਇਕਨੋਮੀ ਹੈ ਇਹ ਇੰਟਰਲਿੰਕ ਨੇ। ਇਕਨੋਮਿਕਸ ਦੇ ਵਿੱਚ ਆਪਾਂ ਇੱਕ ਮਨੁੱਖ ਦੀ ਇਕਨੋਮਿਕ ਕੰਡੀਸ਼ਨਸ ਦੀ ਇਕਨੋਮਿਕ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ ਤੇ ਇਕਨੋਮੀ ਦੇ ਵਿੱਚ ਆਪਾਂ ਇੱਕ ਜਿਹੜੀ ਆਪਣੀ ਕੰਟਰੀ ਹੈ ਉਹਦੀ ਇਕਨੋਮੀ ਦੀ ਕਿ ਉਹ ਇਕਨੋਮੀ ਡਿਵੈਲਪ ਹੈ, ਅੰਡਰ ਡਿਵੈਲਪ ਹੈ ਜਾਂ ਡਿਵੈਲਪਿੰਗ ਹੈ, ਜਿਹੜੀ ਕਿ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਆਪਣੀ ਇਕਨੋਮਿਕ ਕੰਡੀਸ਼ਨਸ ਮੀਨਸ ਪਰ ਕੈਪੀਟਾ ਇਨਕਮ ਤੇ ਜੀਡੀਪੀ ਤੇ ਨੈਸ਼ਨਲ ਇਨਕਮ ਤੇ ਡਿਪੈਂਡ ਕਰਦੀ ਹੈ। ਤੇ ਜਿਹੜਾ ਆਪਣਾ ਇਹ ਅੱਜ ਦਾ ਟੌਪਿਕ ਹੈ ਆਪਾਂ ਇਹਦੇ ਵਿੱਚ ਸਿਰਫ ਅਰਥਸ਼ਾਸਤਰ ਤੇ ਅਰਥਵਿਵਸਥਾ ਦੇ ਬਾਰੇ ਪੜ੍ਹਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਦਾ ਜੋ ਹੈ ਅਰਥ ਹੈ, ਮੀਨਿੰਗ ਕੀ ਹੈ, ਇਹਨਾਂ ਦੀ ਸੀਮਾਵਾਂ ਕੀ ਨੇ, ਇਹਨਾਂ ਦਾ ਖੇਤਰ ਕੀ ਹੈ। ਤੇ ਨੈਕਸਟ ਆਪਾਂ
ਲੈਕਚਰ ਦੇ ਵਿੱਚ ਆਪਣੇ ਯੂਨਿਟ 2 ਦੀ ਗੱਲ ਕਰਾਂਗੇ। ਤੇ ਤਦ ਤੱਕ ਨਮਸਕਾਰ।